सत श्री अकाल जी, स्वागत है तुहाडा साडे प्लेटफॉर्म मास्टर क्लासिस पटियाला ते। जिवें कि तुहानूं पता है कि स्पैशली टीचिंग कोर्सिज भाव कि PS टैट पेपर 1, PS टैट पेपर 2 सोशल स्टडीज़, PS टैट पेपर 2 साइंस मैथ, मास्टर कैडर लैक्चरर ते NTT ते होर प्रिंसीपल्स तक के पेपर वास्ते असी स्पैशल अपना प्लेटफॉर्म लॉन्च किया है। ਇਹਦੇ ਤੇ ਤੁਹਾਨੂੰ ਇਹ मैं स्पष्ट कर दिता सी ਪਹਿਲਾਂ भी, ਅਸੀਂ इस तो ਪਹਿਲਾਂ वाली वीडियो च भी कि साडी ये कोशिश आ कि जे असी SST पढ़ा रहे हैं तो मास्टर कैडर की SST ते PS टैट दे विच जिहड़ी SST आ उहदे च एक फ़र्क रखा जाए। सो बकायदा बेशक सिलेबस आलमोस्ट सेम हुंदा है, पर फिर भी स्टूडेंट नूं ये महसूस होना चाहिए कि PS टैट का इतिहास पढ़न तो बाद हुण मैं मास्टर कैडर की हिस्टरी च आ कुछ फ़र्क पिया है। सो इसे तहत ਜਿਹੜੀਆਂ ਇਹ ਕਲਾਸਾਂ ਨੇ ਤੁਸੀਂ ਥੰਬਨੇਲ ਤੋਂ ਹੀ ਸਮਝ ਲਓ ਕਿ ਇਹ PS ਟੈਟ ਪੇਪਰ 2 ਦੀ ਸੋਸ਼ਲ ਸਟੱਡੀਜ਼ ਦੀ ਕਲਾਸ ਹੋਊਗੀ ਤੇ ਬਕਾਇਦਾ ਅਸੀਂ ਆਧੁਨਿਕ ਭਾਰਤ ਦਾ ਇਤਿਹਾਸ ਜਿਹੜਾ ਹੈ ਇਹਦੇ ਬਾਰੇ ਪੜ੍ਹਨਾ ਸ਼ੁਰੂ ਕਰਾਂਗੇ। ਠੀਕ ਹੈ, ਤੇ ਇਹ ਕਲਾਸ ਅਸੀਂ ਰੈਗੂਲਰਲੀ ਕੋਸ਼ਿਸ਼ ਕਰਾਂਗੇ ਕਿ ਆਪਣੇ ਇਸ YouTube ਪਲੇਟਫਾਰਮ ਤੇ ਮਾਸਟਰ ਕਲਾਸਿਸ ਟੀਚਿੰਗ ਕੋਰਸਿਸ ਤੁਸੀਂ इस चैनल ਨੂੰ सबसक्राइब कर लो। ਇਹਦੇ ਤੇ ਤੁਹਾਨੂੰ ਇਹਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਮਿਲਣੀਆਂ ਸ਼ੁਰੂ ਹੋਣਗੀਆਂ ਤੇ ਸਾਡੀ ਇਹ ਕੋਸ਼ਿਸ਼ ਆ ਕਿ ਅਸੀਂ ਪੂਰੀ ਦੀ ਪੂਰੀ ਮਾਡਰਨ ਹਿਸਟਰੀ ਜਿੱਥੋਂ ਤੱਕ ਹੋ ਸਕਦੀ ਆ ਇਸ ਚੈਨਲ ਤੇ ਪ੍ਰੋਵਾਈਡ ਕਰਾਈਏ। ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਆ, ਉੱਥੋਂ ਤੁਸੀਂ ਆ ਸਾਰੀ PDF ਡਾਊਨਲੋਡ ਕਰ ਲੈਣੀ ਆ ਤਾਂ ਕਿ ਤੁਹਾਡੇ ਵਾਸਤੇ ਇਸ ਚੀਜ਼ ਨੂੰ ਪੜ੍ਹਨਾ ਆਸਾਨ ਹੋ ਜੇ। ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ, ਸਟਾਰਟ ਕਰਦੇ ਹਾਂ ਜੀ ਆਪਾਂ PS ਟੈਟ ਦਾ ਮਾਡਰਨ ਹਿਸਟਰੀ। ਸਭ ਤੋਂ ਪਹਿਲਾਂ ਦੇਖੋ, ਜਦੋਂ ਅਸੀਂ ਮਾਡਰਨ ਹਿਸਟਰੀ ਪੜ੍ਹਾਂਗੇ ਤਾਂ ਇੱਕ ਚੀਜ਼ ਸਾਡੇ ਵਾਸਤੇ ਸਮਝਣੀ ਸਭ ਤੋਂ ਵੱਧ ਜ਼ਰੂਰੀ ਆ ਕਿ ਬਾਅਦ ਦੇ ਮੁਗਲ ਸ਼ਾਸਕ ਜਿਹੜੇ ਆ ਉਹ ਕਿਹੜੇ ਸੀ ਭਾਰਤ ਦੇ ਵਿੱਚ। ਕਿੰਨਾਂ ਨੂੰ ਮੈਂ ਬਾਅਦ ਦੇ ਮੁਗਲ ਸ਼ਾਸਕ ਕਹਿ ਰਿਹਾ ਤਾਂ ਤੁਸੀਂ ਇਹ ਸਮਝੋ ਕਿ ਭਾਰਤ ਦੇ ਵਿੱਚ ਮੁਗਲ ਕੌਣ ਸੀ। ਜੇ ਥੋੜ੍ਹਾ ਜਿਹਾ ਦੇਖੋ, ਮੈਂ ਮੰਨ ਕੇ ਚੱਲਦਾ ਕਿ ਤੁਹਾਨੂੰ ਮੱਧਕਾਲੀਨ ਭਾਰਤ ਤੇ ਤੁਹਾਨੂੰ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ ਜਾਣਕਾਰੀ ਹੈ ਆ, पर मान लो जे किसी नूं ना होवे तो वो PS टैट की तैयारी कर रहे होवे, फिर की करांगे आपां। सो मैं थोड़ी जी तुहानूं एक बारी इंट्रोडक्शन दे दा कि तकरीबन 8वीं सदी के अराउंड 712 ईस्वी के अराउंड भारत दे विच पहली बार, भारत च नहीं मैं कह सकदा, भारत के नेड़े ਸਿੰਧ ਦੇ ਨੇੜੇ ਤੇੜੇ ਦਾਹਰ ਰਾਜੇ ਦੇ ਨਾਲ ਕਿਸੇ ਖੁੰਦਕ ਕਰਕੇ, ਸਿੰਧ ਦੇ ਲੋਕਲ ਰਾਜੇ ਦੇ ਨਾਲ ਕਿਸੇ ਖੁੰਦਕ ਕਰਕੇ ਪਹਿਲੀ ਵਾਰੀ ਭਾਰਤ ਤੇ ਅਰਬਾਂ ਦਾ ਹਮਲਾ ਹੋਇਆ ਸੀਗਾ। ਮੀਰ ਕਾਸਮ ਭਾਰਤ ਤੇ ਹਮਲਾ ਕਰਨ ਵਾਲਾ ਪਹਿਲਾ ਮੁਸਲਮਾਨ ਸੀ। ਸ਼ਬਦ ਸੁਣਿਓ, ਮੁਸਲਮਾਨ। ਅਰਬਾਂ ਦੇ ਹਮਲਿਆਂ ਤੋਂ ਬਾਅਦ ਇੱਕ ਵਾਰੀ ਭਾਰਤ ਸ਼ਾਂਤ ਹੋ ਗਿਆ ਤੇ ਫਿਰ 10ਵੀਂ ਸਦੀ 'ਚ ਆ ਕੇ 975 ਤੋਂ ਬਾਅਦ ਆ ਕੇ ਭਾਰਤ 'ਚ ਫਿਰ 900 ਤੋਂ ਲੈ ਕੇ 999 ਨੂੰ ਅਸੀਂ 10ਵੀਂ ਸਦੀ ਕਹਿੰਦੇ ਹਾਂ। 1000 ਤੋਂ ਲੈ ਕੇ 1099 ਨੂੰ ਅਸੀਂ 11ਵੀਂ ਸਦੀ ਕਹਿੰਦੇ ਹਾਂ। ਕਈ ਵਾਰੀ ਸਾਨੂੰ ਨਾ ਪਤਾ ਹੀ ਨਹੀਂ ਲੱਗਦਾ। ਜਦੋਂ ਆਪਾਂ ਦਸ਼ਕ ਦੀ ਗੱਲ ਕਰਨੀ ਹੁੰਦੀ ਹੈ ਉਦੋਂ ਆਪਾਂ ਪਿੱਠਾ ਚੱਲਦੇ ਹਾਂ। ਕਿਵੇਂ? 60 ਤੋਂ ਲੈ ਕੇ 69 ਤੱਕ ਨੂੰ ਅਸੀਂ 60ਵਾਂ ਦਾ ਦਹਾਕਾ ਕਹਿੰਦੇ ਹਾਂ, 60s ਦਾ ਦਹਾਕਾ ਕਹਿੰਦੇ, ਡੈਕੇਡ ਕਹਿੰਦੇ ਹਾਂ। 60ਵਾਂ ਦਹਾਕਾ, 70ਵਾਂ ਦਸ਼ਕ, 80ਵਾਂ ਵਾਲਾ। ਸੋ ਇਸ ਤਰੀਕੇ ਨਾਲ। ਖੈਰ, 712 ਈਸਵੀ ਦੇ ਵਿੱਚ ਪਹਿਲੀ ਵਾਰ ਅਰਬੀ ਹਮਲੇ ਹੁੰਦੇ ਆ। ਫਿਰ 975 ਤੋਂ ਬਾਅਦ, 990 ਤੋਂ ਬਾਅਦ ਜਦੋਂ 1000 ਈਸਵੀ ਆ ਜਾਂਦੀ ਹੈ, 11ਵੀਂ ਸਦੀ ਚੜ੍ਹ ਜਾਂਦੀ ਹੈ, ਤਾਂ ਭਾਰਤ ਦੇ ਟਰਕੀ ਹਮਲੇ ਹੁੰਦੇ ਆ। ਟਰਕ ਦੇ ਵਾਲੇ ਇਲਾਕੇ 'ਚੋਂ ਹਮਲਾਵਰ ਆਉਂਦੇ ਆ ਤੇ ਸਭ ਤੋਂ ਮਸ਼ਹੂਰ ਹਮਲਾਵਰ ਸੀ ਮਹਿਮੂਦ ਗਜਨਵੀ। ਇਲਾਕੇ ਨਾਲ ਸੰਬੰਧਿਤ ਸੀ। ਅੱਜ ਦੇ ਅਫਗਾਨਿਸਤਾਨ ਦੇ ਬਾਰਡਰ 'ਤੇ ਇੱਕ ਸ਼ਹਿਰ ਆ ਗਜਨਵੀ ਸ਼ਹਿਰ, ਉੱਥੋਂ ਦਾ ਮਹਿਮੂਦ ਆ ਕੇ ਭਾਰਤ 'ਤੇ ਹਮਲੇ ਕਰਦਾ ਹੈ ਤੇ ਇਹ ਭਾਰਤ ਦੇ ਟਰਕੀ ਹਮਲਿਆਂ ਦੀ ਸ਼ੁਰੂਆਤ ਸੀਗੀ। ਠੀਕ ਹੈ, ਵਕਤ ਬਦਲਦਾ ਗਿਆ। ਫਿਰ 12ਵੀਂ ਸਦੀ ਦੇ ਅੱਧ ਤੋਂ ਬਾਅਦ, 12ਵੀਂ ਸਦੀ ਦਾ ਅੱਧ ਕੀ ਹੋਇਆ ਭਲਾ? 1150 ਤੋਂ ਬਾਅਦ 11ਵੀਂ ਸਦੀ ਤੇ ਅੱਧ ਤੋਂ 12ਵੀਂ ਸਦੀ ਦੇ ਅੱਧ ਤੋਂ ਬਾਅਦ ਉਸੇ ਹੀ ਇਲਾਕੇ 'ਚੋਂ ਮੁਹੰਮਦ ਗੌਰੀ ਆ ਕੇ ਹਮਲੇ ਕਰਦਾ ਹੈ। ਮੁਹੰਮਦ ਗੌਰੀ ਜਦੋਂ 12ਵੀਂ ਸਦੀ ਦੇ ਐਂਡ 'ਚ ਪਹੁੰਚਦੇ ਆਪਾਂ 1293-94 'ਚ, ਤਾਂ ਉਹ ਭਾਰਤ ਤੇ ਆਪਣੇ ਗੁਲਾਮਾਂ ਨੂੰ ਛੱਡ ਕੇ ਆਪ ਵਾਪਸ ਚਲਾ ਜਾਂਦਾ ਹੈ। ਉਹਦੇ ਗੁਲਾਮ, ਕਈ ਨਾਮ ਆ ਉਹਦੇ ਗੁਲਾਮਾਂ ਦੇ। ਬਖਤਿਆਰ ਖਿਲਜੀ, ਉਹਨੂੰ ਉਹ ਬੰਗਾਲ ਦਾ ਇਲਾਕਾ ਜਿੱਤ ਕੇ ਦੇ ਜਾਂਦਾ ਹੈ ਤੇ ਕੁਤਬੁਦੀਨ ਐਬਕ ਨੂੰ ਉਹ ਦਿੱਲੀ ਤੇ ਲਾਹੌਰ ਦਾ ਇਲਾਕਾ ਜਿੱਤ ਕੇ ਦੇ ਜਾਂਦਾ ਹੈ ਤੇ ਕਬਾਚਾ ਨੂੰ ਮੁਲਤਾਨ ਦਾ ਇਲਾਕਾ। ਤੇ ਜਿੱਥੇ ਉਹ ਆਪ ਸੀਗਾ ਉੱਥੇ ਆਪਣੇ ਨਾਲ ਇੱਕ ਗੁਲਾਮ ਲੈ ਜਾਂਦਾ ਹੈ, ਯਲਤੂਜ ਨੂੰ। ਆਪਣੇ ਬੱਚੇ ਨਾ ਹੋਣ ਕਰਕੇ ਉਹ ਗੁਲਾਮਾਂ ਨੂੰ ਬੱਚਿਆਂ ਵਾਂਗ ਹੀ ਪਾਲਦਾ ਹੈ। ਉਹਦੀ ਮੌਤ ਹੋ ਜਾਂਦੀ ਆ 1206 ਦੇ ਵਿੱਚ। 13ਵੀਂ ਸਦੀ ਦੀ ਸ਼ੁਰੂਆਤ ਹੋ ਗਈ। ਗੁਲਾਮ ਆਪਸ 'ਚ ਲੜਦੇ ਆ ਤੇ ਕੁਤਬੁਦੀਨ ਐਬਕ ਜੋ ਲਾਹੌਰ ਦਾ ਸ਼ਾਸਕ ਸੀਗਾ, ਜਿਹੜਾ ਲਾਹੌਰ ਵੱਲੋਂ ਗੁਲਾਮ ਸੀ, ਉਹ ਸਾਰਿਆਂ ਨੂੰ ਸਮੇਟ ਕੇ ਭਾਰਤ ਨਾਮ ਦੇ ਧਰਤੀ 'ਤੇ ਕਾਬਜ ਹੋ ਜਾਂਦਾ ਹੈ। ਇੱਥੋਂ ਭਾਰਤ 'ਚ ਗੁਲਾਮ ਵੰਸ਼ ਦੀ ਸ਼ੁਰੂਆਤ ਹੁੰਦੀ ਹੈ।
ਇਹ ਵੰਸ਼ ਗੁਲਾਮ ਵੰਸ਼ ਇਸੇ ਕਰਕੇ ਕਿ ਉਹ ਗੁਲਾਮ ਸੀ ਖਿਲਜੀ ਦਾ, ਸੌਰੀ ਗੌਰੀ, ਮੁਹੰਮਦ ਗੌਰੀ ਦਾ। ਖੈਰ, ਗੁਲਾਮ ਵੰਸ਼ ਦੀ ਸ਼ੁਰੂਆਤ ਹੁੰਦੀ ਆ, ਉਹ ਆਪਣੇ ਆਪ ਨੂੰ ਗੁਲਾਮ ਕਹਾ ਕੇ ਖੁਸ਼ ਨਹੀਂ ਸੀਗਾ, ਤਾਂ ਉਹ ਆਪਣੇ ਆਪ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਇਲਬਰੀ ਵੰਸ਼, ਫਲਾਣਾ ਵੰਸ਼ ਐਵੇਂ ਕਹਿ ਕੇ ਬੁਲਾਉਂਦਾ ਕਿ ਲੋਕ ਮੈਨੂੰ ਗੁਲਾਮ ਨਾ ਕਹਿਣ। ਕਹਿੰਦੇ ਜੀ ਇੱਥੋਂ ਦਿੱਲੀ ਦੇ ਵਿੱਚ ਟਰਕਾਂ ਦਾ ਰਾਜ ਆ ਗਿਆ ਸੀਗਾ, ਤਾਂ ਟਰਕ ਆਪਣੇ ਰਾਜ ਨੂੰ ਸਲਤਨਤ ਕਹਿੰਦੇ ਸੀ, ਸੋ ਇਹਨੂੰ ਦਿੱਲੀ ਸਲਤਨਤ ਕਿਹਾ ਗਿਆ। ਤੁਸੀਂ ਕਹੋਗੇ ਲਾਹੌਰ ਕਿਉਂ ਨਹੀਂ ਕਿਹਾ ਗਿਆ? ਦਿੱਲੀ ਇਸ ਕਰਕੇ ਕਿਹਾ ਗਿਆ, ਲਾਹੌਰ ਤੋਂ ਰਾਜਧਾਨੀ ਦਿੱਲੀ ਜਲਦੀ ਹੀ ਬਦਲ ਗਈ। ਖੈਰ, ਭਾਰਤ ਦੇ ਵਿੱਚ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਸਲਤਨਤ ਦਾ ਰਾਜ ਚੱਲਿਆ। ਇਸ ਸਲਤਨਤ 'ਚ ਇੱਕੋ ਹੀ ਵੰਸ਼ ਨਹੀਂ ਚੱਲਿਆ, ਗੁਲਾਮ ਵੰਸ਼। ਤਕਰੀਬਨ 1206 ਤੋਂ ਲੈ ਕੇ, ਤੁਸੀਂ ਜੇ ਆਪਾਂ ਜ਼ਿਆਦਾ ਲੰਮੀ ਚੌੜੀ ਗੱਲ ਨਾ ਕਰੀਏ ਤਾਂ 1296 ਤੱਕ ਇਹ ਵੰਸ਼ ਚੱਲਿਆ। 1296 ਤੋਂ ਲੈ ਕੇ 1320 ਤੱਕ ਮੰਨ ਕੇ ਚੱਲੀਏ ਆਪਾਂ, ਤਾਂ ਦੂਸਰਾ ਵੰਸ਼ ਚੱਲਿਆ ਜਿਹਨੂੰ ਅਸੀਂ ਖਿਲਜੀ ਵੰਸ਼ ਕਹਾਂਗੇ। ਫਿਰ 1320 ਤੋਂ ਲੈ ਕੇ ਜੇ ਆਪਾਂ ਤਕਰੀਬਨ ਮੰਨ ਕੇ ਚੱਲੀਏ ਤਾਂ 1320 ਤੋਂ ਲੈ ਕੇ ਆਪਾਂ 1398 ਤੱਕ ਜਾਂ 1414 ਤੱਕ ਦੇਖੀਏ ਤਾਂ ਤੁਗਲਕ ਵੰਸ਼ ਚੱਲਿਆ। ਤੁਗਲਕ ਵੰਸ਼ ਤੋਂ ਬਾਅਦ 1414 ਤੋਂ ਲੈ ਕੇ 1451 ਤੱਕ ਸੈਯਦ ਵੰਸ਼ ਚੱਲਿਆ। 1451 ਤੋਂ ਲੈ ਕੇ 1526 ਤੱਕ ਲੋਧੀ ਵੰਸ਼ ਚੱਲਿਆ। ਇਹ ਜਿਹੜੇ ਪੰਜਵਾਂ ਵੰਸ਼ ਲਾਸਟ ਵਾਲਾ ਵੰਸ਼ ਲੋਧੀ ਹੈ ਨਾ, ਇਹ ਅਫਗਾਨ ਸੀ, ਬਾਕੀ ਟਰਕ ਸੀ, ਇਹ ਅਫਗਾਨ ਸੀ। ਇਸ ਲੋਧੀ ਵੰਸ਼ ਨੂੰ ਹਰਾ ਕੇ ਭਾਰਤ ਦੇ ਵਿੱਚ ਮੰਗੋਲ ਦੇ ਇਲਾਕੇ ਵੱਲੋਂ ਇੱਕ ਸ਼ਖਸ ਹੁੰਦਾ ਸੀਗਾ ਚੰਗੇਜ਼ ਖਾਨ। ਤੁਸੀਂ ਕਹੋਗੇ ਸਰ ਚੰਗੇਜ਼ ਖਾਨ ਆਇਆ ਭਾਰਤ? ਨਹੀਂ, ਚੰਗੇਜ਼ ਖਾਨ ਦਾ ਵਾਰਸ ਸੀਗਾ ਜਿਹੜਾ ਕਹਿੰਦਾ ਸੀ ਕਿ ਪਿਓ ਵਾਲੇ ਪਾਸਿਓਂ ਮੈਂ ਤੈਮੂਰ ਦੇ ਖਾਨਦਾਨ 'ਚੋਂ ਹਾਂ, ਤੈਮੂਰ ਵੀ ਇੱਕ ਬਹੁਤ ਤਗੜਾ ਸ਼ਾਸਕ ਹੋਇਆ, ਅਤੇ ਮਾਂ ਵਾਲੇ ਪਾਸਿਓਂ ਚੰਗੇਜ਼ ਖਾਨ ਦੇ ਖਾਨਦਾਨ 'ਚੋਂ ਹਾਂ। ਉਹਦਾ ਆਪਣਾ ਇਲਾਕਾ ਜਿਹੜਾ ਸੀਗਾ ਉਹ ਅਫਗਾਨੀਸਤਾਨ ਤੋਂ ਉੱਪਰ ਉਜ਼ਬੇਕਿਸਤਾਨ ਸੀ। ਬਾਬਰ ਉਹਦਾ ਨਾਮ ਸੀ, ਮੁਸਲਿਮ ਬਰਾਦਰੀ ਧਰਮ ਨਾਲ ਸੰਬੰਧਿਤ ਸੀ। ਆਪਣੇ ਆਪ ਨੂੰ ਮੰਗੋਲ ਦੇ ਚੰਗੇਜ਼ ਖਾਨ ਦਾ ਵੰਸ਼ਜ ਹੋਣ ਦਾ ਦਾਅਵਾ ਕਰਨ ਕਰਕੇ ਲੋਕ ਉਹਨੂੰ ਮੁਗਲ ਕਹਿੰਦੇ ਸੀ। ਉਹ ਭਾਰਤ ਆਇਆ 1526 'ਚ, ਲੋਧੀਆਂ ਨੂੰ ਹਰਾ ਕੇ ਭਾਰਤ 'ਚ ਮੁਗਲਾਂ ਦਾ ਰਾਜ ਆਇਆ। 1526 ਤੋਂ 30 ਤੱਕ ਬਾਬਰ, 1530 ਤੋਂ ਲੈ ਕੇ 1540 ਤੱਕ ਹਮਾਯੂ, 1540 ਤੋਂ ਲੈ ਕੇ 15 ਤੱਕ ਜਿਹੜੇ ਲੋਧੀ ਭੇਜੇ ਸੀ ਅਫਗਾਨ, ਹਰਾਤੇ ਇਹਨਾਂ ਨੇ। ਉਹਨਾਂ ਦੀ ਹੀ ਇੱਕ ਛੋਟੀ ਜਿਹੀ ਬ੍ਰਾਂਚ ਉਹਨਾਂ ਦੀ ਨਹੀਂ, ਉਹਨਾਂ ਦੇ ਹੀ ਕੋਈ ਕਾਮਿਆਂ ਦੀ ਬ੍ਰਾਂਚ ਸੀ ਸੂਰੀ ਵੰਸ਼ ਦੀ। ਸ਼ੇਰ ਸ਼ਾਹ ਸੂਰੀ, ਸਿਕੰਦਰ ਸੂਰੀ, ਇਬਰਾਹਿਮ ਸੂਰੀ, ਇਹਨਾਂ ਨੇ 15 ਸਾਲ ਵਿੱਚ ਹਮਾਯੂ ਨੂੰ ਖੱਜਲ ਖਵਾਰ ਕਰਕੇ ਦਾ ਲਾ ਲਿਆ, ਅਤੇ 15 ਸਾਲ ਮੁਗਲਾਂ ਦਾ ਰਾਜ ਭਾਰਤ 'ਚੋਂ ਗਾਇਬ ਰਿਹਾ। ਖੈਰ, 1555 ਈਸਵੀ 'ਚ, ਮਤਲਬ 1540 ਤੋਂ 15 ਸਾਲ ਬਾਅਦ ਹਮਾਯੂ ਦੁਬਾਰਾ ਧੱਕੇ ਖਾ ਕੇ ਭਾਰਤ ਆ ਗਿਆ। ਪਹਿਲਾਂ ਉਹ ਹਾਰ ਕੇ ਭੱਜ ਗਿਆ ਸੀ, ਉਹ ਭਾਰਤ ਆਇਆ, ਉਹਨੇ ਦੁਬਾਰਾ ਭਾਰਤ 'ਚ ਮੁਗਲ ਵੰਸ਼ ਦੀ ਫੇਰ ਸ਼ੁਰੂਆਤ ਕਰਤੀ। 1555 'ਚ ਸ਼ੁਰੂਆਤ ਕੀਤੀ, ਅਗਲੇ ਹੀ ਸਾਲ 56 'ਚ ਪੌੜੀਆਂ ਤੋਂ ਡਿੱਗ ਕੇ ਮਰ ਗਿਆ ਵਿਚਾਰਾ। 56 'ਚ ਉਹਦਾ ਮੁੰਡਾ ਅਕਬਰ ਰਾਜਾ ਬਣਿਆ, 1604 ਤੱਕ ਉਹ ਰਿਹਾ। ਜਹਾਂਗੀਰ ਉਹਦਾ ਮੁੰਡਾ ਰਾਜਾ ਬਣਿਆ, ਜਿਹਨੂੰ ਸਲੀਮ ਵੀ ਕਹਿੰਦੇ ਸੀ ਲੋਕ, ਉਹ 1628 ਤੱਕ ਰਾਜਾ ਰਿਹਾ। ਫਿਰ ਖੁਰਮ, ਜਿਹਨੂੰ ਲੋਕ ਸ਼ਾਹਜਹਾਨ ਕਹਿੰਦੇ ਸੀ, ਉਹ ਰਾਜਾ ਬਣਿਆ। 1656 ਜਾਂ 58 ਤੱਕ ਉਹ ਰਾਜਾ ਰਿਹਾ। ਫਿਰ ਆਲਮਗੀਰ, ਜਿਹਨੂੰ ਲੋਕ ਔਰੰਗਜ਼ੇਬ ਕਹਿੰਦੇ ਸੀ, ਉਹ ਰਾਜਾ ਬਣਿਆ। 1707 'ਚੋਂ ਮਰ ਗਿਆ। ਮੁਗਲਾਂ ਦਾ ਤਾਕਤਵਰ ਮੁਗਲਾਂ ਦਾ ਦੌਰ ਮੁੱਕ ਗਿਆ। ਬਹਾਦਰ ਸ਼ਾਹ ਤੋਂ ਬਾਅਦ ਮੁਗਲ ਖਤਮ ਨਹੀਂ ਹੋਏ, 150 ਸਾਲ ਚੱਲੇ ਆ, 1707 ਤੋਂ ਲੈ ਕੇ 1857 ਤੱਕ। ਇਹਨਾਂ 150 ਸਾਲਾਂ ਦੇ ਮੁਗਲਾਂ ਨੂੰ ਕਿਹਾ ਜਾਂਦਾ ਹੈ ਬਾਅਦ ਦੇ ਮੁਗਲ ਸ਼ਾਸਕ, ਜਾਂ ਜੇ ਕੋਈ ਦੂਜਾ ਸ਼ਬਦ ਵਰਤਿਆ ਜਾਵੇ ਕਮਜ਼ੋਰ ਮੁਗਲ ਸ਼ਾਸਕ। ਸੋ ਇਹੀ ਕਮਜ਼ੋਰ ਮੁਗਲ ਸ਼ਾਸਕ ਹੋਣ, ਬਾਅਦ ਦੇ ਮੁਗਲ ਸ਼ਾਸਕ ਹੋਣ, ਜਿਨ੍ਹਾਂ ਬਾਰੇ ਅਸੀਂ ਅੱਜ ਦੀ ਕਹਾਣੀ ਪੜ੍ਹਨੀ ਆ। ਕਿਉਂ ਪੜ੍ਹਨੀ ਆ? ਵੀ ਆਧੁਨਿਕ ਭਾਰਤ 'ਚ ਇਹਨਾਂ ਦੀ ਕਹਾਣੀ ਉਹ ਤਾਂ ਪੜ੍ਹਨੀ ਆ ਇਹਨਾਂ ਦੀ ਕਹਾਣੀ ਕਿਉਂਕਿ ਬਾਅਦ ਦੇ ਮੁਗਲ ਸ਼ਾਸਕ ਉਸ ਵੇਲੇ ਹੋਏ ਆ 1707 ਤੋਂ ਲੈ ਕੇ 1857 ਤੱਕ, ਜਦੋਂ ਅੰਗਰੇਜ਼ ਭਾਰਤ 'ਚ ਆ ਰਹੇ ਸੀ। ਬਾਅਦ ਦੇ ਮੁਗਲ ਸ਼ਾਸਕਾਂ ਦਾ ਅੰਗਰੇਜ਼ਾਂ ਨਾਲ ਬੜਾ ਵਾਹ ਵਾਸਤਾ ਹੈ, ਬੜਾ ਪਿਆਰ ਆ, ਜਾਂ ਬੜਾ ਕਨਫਲਿਕਟ ਆ, ਬੜੀ ਲੜਾਈ ਆ, ਬਹੁਤ ਜੱਦੋ-ਜਹਿਦ ਆ। ਇਸੇ ਜੱਦੋ-ਜਹਿਦ ਨੂੰ ਪੜ੍ਹਾਂਗੇ। ਖੈਰ, ਉਮੀਦ ਕਰਦਾ ਕਿ ਹੁਣ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਊਗੀ। ਅਸੀਂ 1707 ਤੋਂ ਲੈ ਕੇ 1857 ਤੱਕ ਦੇ ਮੁਗਲ ਸ਼ਾਸਕ ਜਿਹੜੇ ਆ ਉਹਨਾਂ ਨੂੰ ਅਸੀਂ ਅੱਜ ਪੜ੍ਹਾਂਗੇ। ਠੀਕ ਆ, 1707 ਤੋਂ ਲੈ ਕੇ 1857 ਤੱਕ ਦੇ ਮੁਗਲ ਸ਼ਾਸਕਾਂ ਨੂੰ। ਬਹਾਦਰ ਸ਼ਾਹ ਇੱਕ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅੱਗੇ ਜਾ ਕੇ ਕਿਸੇ ਨੇ ਬਹਾਦਰ ਸ਼ਾਹ ਨਾਮ ਦੇ ਰਾਜੇ ਨੇ ਫੇਰ ਆਉਣਾ ਹੈ, ਇਸ ਕਰਕੇ ਪਹਿਲੇ ਬਹਾਦਰ ਸ਼ਾਹ ਨੂੰ ਅਸੀਂ ਬਹਾਦਰ ਸ਼ਾਹ ਇੱਕ ਕਹਿ ਕੇ ਬੁਲਾਵਾਂਗੇ।
बहादुर शाह एक जिहड़ा सीगा वो मुअज़्ज़म दे नाम नाल जाणिया जांदा राजा सी। ये उहदा असली नाम सी बहादुर शाह नाम दा, ते उहने खिताब ही लिया सीगा। 5 साल राज किया, बड़ा कमज़ोर जिहा राजा सी। अकबर ने औरंगजेब ने मौत तो पहला कंढी इन्ने बीज ते जदों ना प्रधान मंत्री बहुत ज़्यादा तंग करे किसी नूं तां जिहड़े गवर्नर जां मुख मंत्री हुंदे आ ना ਉਹਨੂੰ ਤਾਂ ਬਰਦਾਸ਼ਤ ਕਰ ਲੈਂਦੇ ਆ, ਜਿਹੜਾ ਉਸ ਤੋਂ ਅਗਲਾ ਪ੍ਰਧਾਨ ਮੰਤਰੀ ਬਣਦਾ ਉਹਦੇ ਖਿਲਾਫ ਬਗਾਵਤ ਹੋ ਜਾਂਦੀ ਹੈ, ਕਿਉਂਕਿ ਖਪੇ ਪਹਿਲਾਂ ਤੋਂ ਹੁੰਦੇ ਆ ਤੇ ਬਗਾਵਤ ਅਗਲੇ ਦੇ ਖਿਲਾਫ ਹੋ ਜਾਂਦੀ ਹੈ। ਸੋ ਬਹਾਦਰ ਸ਼ਾਹ ਦੇ ਜਿਹੜੇ ਗਵਰਨਰ ਸੀਗੇ, ਜਿਵੇਂ ਉਹਨੇ ਅੱਜ ਦੇ ਲਖਨਊ 'ਚ ਜਿਹਨੂੰ ਗਵਰਨਰ ਲਾਇਆ ਸੀਗਾ ਸੱਦਤ ਖਾਨ ਨੂੰ, ਜਿਹਨੂੰ ਬੰਗਾਲ 'ਚ ਗਵਰਨਰ ਲਾਇਆ ਸੀਗਾ ਮੁਰਸ਼ਿਦ ਕੁਲੀ ਖਾਨ ਨੂੰ, ਅਸ਼ਫ ਸ਼ਾਹ ਜਿਹਨੂੰ ਹੈਦਰਾਬਾਦ 'ਚ ਗਵਰਨਰ ਲਾਇਆ ਸੀਗਾ, ਇਹ ਸਾਰੇ ਤੰਗ ਸੀ ਉਹਦੇ ਤੋਂ, ਬਸ ਵੇਟ ਕਰ ਰਹੇ ਸੀ ਕਿ ਉਹ ਜਾਵੇ ਫਿਰ ਦੇਖੀਏ। ਇਹਨਾਂ ਨੇ ਅੰਦਰ ਖਾਤੇ ਬਗਾਵਤਾਂ ਸ਼ੁਰੂ ਕਰਤੀਆਂ ਆਪੋ ਆਪਣੇ ਏਰੀਆ 'ਚੋਂ, ਆਪੋ ਆਪਣੇ ਖੇਤਰਾਂ 'ਚੋਂ। ਖੈਰ ਇਸੇ ਸਮੇਂ ਹੀ ਮੁਹੰਮਦ ਮੁਅੱਜ਼ਮ ਜਿਹੜਾ ਸੀਗਾ, ਵੈਸੇ ਇਹਨੂੰ ਲੋਕ ਸ਼ਾਹ ਆਲਮ ਕਹਿ ਕੇ ਵੀ ਜਾਣਦੇ ਆ, ਕਈ ਵਾਰੀ ਪੇਪਰ 'ਚ ਆ ਜਾਂਦਾ ਕਿ ਸ਼ਾਹ ਆਲਮ ਕਿਸ ਮੁਗਲ ਸ਼ਾਸਕ ਦਾ ਦੂਜਾ ਨਾਮ ਸੀ। ਇਸ ਬੰਦੇ ਨੇ ਜਿਹੜਾ ਸਭ ਤੋਂ ਮੇਨ ਕੰਮ ਕੀਤਾ, ਇਹਦੇ ਪਿਓ ਨੇ ਜੋ ਜਜੀਆ ਲਾਇਆ ਸੀ। ਜਜੀਆ ਇੱਕ ਅਜਿਹਾ ਕਰ ਸੀਗਾ, ਇੱਕ ਅਜਿਹੇ ਪ੍ਰਕਾਰ ਦਾ ਟੈਕਸ ਸੀ ਜਿਹੜਾ ਭਾਰਤ ਦੇ ਵਿੱਚ ਮੁਗਲ ਗੈਰ ਮੁਸਲਮਾਨਾਂ 'ਤੇ ਲਾਉਂਦੇ ਸੀ ਕਿ ਦੇਖੋ ਸਾਡੇ ਇਲਾਕੇ 'ਚ ਵੀ ਤੁਸੀਂ ਸੇਫ ਹੋ, ਸੁਰੱਖਿਅਤ ਹੋ, ਇਹ ਤੁਹਾਡੀ ਕਿਸਮਤ ਹੈ। ਸੋ ਇਸ ਆਧਾਰ 'ਤੇ ਜੋ ਟੈਕਸ ਲਾਇਆ ਜਾਂਦਾ ਸੀਗਾ। ਸੋ ਜਜੀਆ ਬੜੇ ਸਖਤ ਤਰੀਕੇ ਨਾਲ ਇਹਦੇ ਫਾਦਰ ਸਾਹਿਬ ਨੇ ਲਾਇਆ ਸੀ ਤੇ ਇਹਨੇ ਜਜੀਆ ਖਤਮ ਕਰਤਾ ਸੀ। ਸੋ ਇਹ ਇਸ ਰਾਜੇ ਨਾਲ ਇੱਕ ਬੜੀ ਖਾਸ ਗੱਲ ਜੁੜੀ ਹੋਈ ਆ। ਤੇ ਦੂਜੀ ਗੱਲ ਇਹ ਆ ਕਿ ਇਹਦੇ ਵੇਲੇ ਇੱਕ ਹੋਰ ਬੜਾ ਵੱਡਾ ਕਾਂਡ ਵਾਪਰ ਗਿਆ। ਭਾਰਤ ਦੇ ਦੱਖਣ ਵਾਲੇ ਹਿੱਸੇ 'ਚ ਇੱਥੇ ਮਰਾਠਿਆਂ ਦਾ ਗੜ੍ਹ ਹੁੰਦਾ ਸੀ। ਮਰਾਠੇ ਸਿਰ ਚੱਕ ਰਹੇ ਸੀਗੇ, ਠੀਕ ਆ। ਮਰਾਠੇ ਜਿਹੜੇ ਸੀਗੇ ਉਹ ਬੇਸਿਕਲੀ ਉਹਨਾਂ ਸਮਿਆਂ 'ਚ ਦੁਬਾਰਾ ਨਵੇਂ ਸਿਰਿਓਂ ਪੈਦਾ ਹੋ ਰਹੇ ਸੀਗੇ। ਹੁਣ ਹੋਇਆ ਕਿ ਇਸ ਇਲਾਕੇ ਦਾ ਇੱਕ ਮਰਾਠਾ ਸੀਗਾ, ਸ਼ਿਵਾਜੀ II ਮਰਾਠਾ ਸੀਗਾ, ਠੀਕ ਆ, ਰਾਜਾ। ਉਮਰ ਛੋਟੀ ਸੀ ਪਰ ਉਹਦੀ ਮਾਂ ਤਾਰਾਬਾਈ ਸਾਂਭਦੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹ ਉੱਭਰ ਗਏ। ਉਹਦਾ ਹੀ ਇੱਕ ਭਰਾ ਪੁਰਾਣੇ ਵੇਲਿਆਂ 'ਚ ਔਰੰਗਜ਼ੇਬ ਦੀ ਜੇਲ੍ਹ 'ਚ ਸੀਗਾ, ਸ਼ਾਹੂ ਜੀ। ਸੋ ਇਹਨੇ ਕੀ ਕੀਤਾ, ਬੜੀ ਚਲਾਕੀ ਨਾਲ ਸ਼ਾਹੂ ਜੀ ਨੂੰ ਆਗਰਾ ਦੀ ਜੇਲ੍ਹ 'ਚੋਂ ਰਿਹਾ ਕਰਤਾ ਕਿ ਸ਼ਾਹੂ ਜੀ ਅਤੇ ਸ਼ਿਵਾਜੀ II, ਕਿਉਂਕਿ ਇੱਕ ਸ਼ਿਵਾਜੀ ਨਾਮ ਦਾ ਰਾਜਾ ਪਹਿਲਾਂ ਵੀ ਹੋਇਆ, ਇਹਦਾ ਦਾਦਾ ਸੀ ਇਹਨਾਂ ਦਾ, ਕਿ ਆਪਸ 'ਚ ਲੜ ਲੁੜ ਕੇ ਖੱਪ ਖੁੱਪ ਕੇ ਮਰ ਮੁਰ ਜਾਣਗੇ। ਵਜ੍ਹਾ ਕਿ ਸਾਨੂੰ ਉਹਨੇ ਸ਼ਾਹੂ ਜੀ ਜਿਹਨੂੰ ਪੁਰਾਣੇ ਸਮੇਂ 'ਚ ਫੜਿਆ ਸੀਗਾ ਉਹਨੂੰ ਛੱਡਤਾ, ਹੁਣ ਕਿ ਦੋਵੇਂ ਭਰਾ ਆਪਸ 'ਚ ਉਲਝਦੇ ਫਿਰਨਗੇ। ਸੋ ਇਹ ਕਹਾਣੀ ਇਹਦੇ ਨਾਲ ਜੁੜੀ ਹੋਈ ਆ। ਇਹਨੇ ਜਜੀਆ ਵੀ ਬੈਨ ਕੀਤਾ ਸੀ। ਕਿਉਂਕਿ ਮੈਂ ਮੁਗਲਾਂ ਬਾਰੇ, ਬਾਅਦ ਦੇ ਮੁਗਲਾਂ ਬਾਰੇ ਥੋੜ੍ਹੀਆਂ ਗੱਲਾਂ ਦੱਸਾਂ। ਬਹਾਦਰ ਸ਼ਾਹ ਤੋਂ ਪਹਿਲਾਂ ਔਰੰਗਜ਼ੇਬ ਦੇ ਵੇਲੇ ਵਜ਼ੀਰ ਖਾਨ ਨੇ ਸਿੱਖਾਂ ਦੇ 10ਵੇਂ ਗੁਰੂ ਦੇ ਪਰਿਵਾਰ ਨੂੰ ਸ਼ਹੀਦ ਕਰਨ 'ਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਪਤਾ ਸਾਰਿਆਂ ਨੂੰ, ਤੁਹਾਨੂੰ, ਤੁਸੀਂ ਜਾਣਦੇ ਹੋ ਇਸ ਗੱਲ ਨੂੰ। ਅਤੇ ਮੈਂ ਹੁਣ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਗੁਰੂ ਜੀ ਨਾਲ ਉਹਨੇ ਵਾਅਦਾ ਕੀਤਾ ਕਿ ਜੇ ਤੁਸੀਂ ਆਗਰੇ ਦੀ ਲੜਾਈ 'ਚ ਲੋਕਲ ਰਾਜਿਆਂ ਦੇ ਖਿਲਾਫ ਮੇਰੀ ਮਦਦ ਕਰੋ ਤਾਂ ਮੈਂ ਤੁਹਾਨੂੰ ਵਜ਼ੀਰ ਖਾਨ ਸੌਂਪ ਦੂੰਗਾ। ਤਾਂ ਗੁਰੂ ਜੀ ਨੇ ਜਜਾਊ ਦੀ ਲੜਾਈ 'ਚ, ਜਜਾਊ ਦੀ ਲੜਾਈ ਜਿਹਨੂੰ ਅਸੀਂ ਆਗਰੇ ਦੀ ਲੜਾਈ ਕਹਿੰਦੇ ਹਾਂ, ਉਹਦੇ 'ਚ ਬਹਾਦਰ ਸ਼ਾਹ ਦੇ ਨਾਲ ਮਿਲ ਕੇ ਲੜਾਈ ਕੀਤੀ। ਪਰ ਬਹਾਦਰ ਸ਼ਾਹ ਦੀ ਗਦਾਰੀ, ਬੇਵਫਾਈ, ਉਸ ਤੋਂ ਬਾਅਦ ਗੁਰੂ ਜੀ ਨਿਰਾਸ਼ ਹੋ ਕੇ, ਕਾਫੀ ਹਤਾਸ਼ ਹੋ ਕੇ ਦੱਖਣ ਵੱਲ ਗਏ ਸੀਗੇ। ਪਰ ਕਹਿੰਦੇ ਆ ਨਾ ਕਿ ਪਰਮਾਤਮਾ ਦਾ ਜਿਹੜਾ ਰੂਪ ਹੁੰਦਾ ਹੈ ਉਹ ਸਿਰਫ ਦੁਨੀਆਵੀ ਲੋਕਾਂ ਨੂੰ ਦਿਖਾਉਣ ਵਾਸਤੇ ਦੁਨੀਆ 'ਚ ਵਿਚਰਦਾ ਹੈ। ਉਹਨਾਂ ਨੂੰ ਸਭ ਪਤਾ ਸੀਗੇ ਪਰਮਾਤਮਾ ਦਾ ਹੀ ਰੂਪ ਸੀਗੇ। ਉਹਨਾਂ ਨੂੰ ਸਭ ਪਤਾ ਸੀ ਕਿ ਉੱਥੋਂ ਮੈਂ ਇੱਕ ਮਾਧੋ ਦਾਸ ਬਰਾਗੀ ਨੂੰ ਗੁਰਬਖਸ਼ ਸਿੰਘ ਦਾ ਨਾਮ ਅਤੇ ਬੰਦਾ ਸਿੰਘ ਦਾ ਖਿਤਾਬ ਦੇ ਕੇ ਭੇਜੂੰਗਾ, ਤੀਰ ਦੇ ਕੇ ਭੇਜੂੰਗਾ, ਆਪਣੇ ਕਮਾਨ 'ਚੋਂ 5 ਤੀਰ ਦੇ ਕੇ ਭੇਜੂੰਗਾ, 5 ਸਿੰਘ ਉਹਦੇ ਨਾਲ ਭੇਜੂੰਗਾ, ਉਹ ਆ ਕੇ ਸਭ ਬਦਲਾ ਲਊਗਾ। ਖੈਰ ਇਹ ਤਾਂ ਬਾਅਦ 'ਚ ਅੱਗੇ ਜਾ ਕੇ ਹੋਊਗਾ, ਪਰ ਸਭ ਕੁਛ ਬਹਾਦਰ ਸ਼ਾਹ ਬਾਰੇ ਪਤਾ ਲੱਗ ਗਿਆ। ਮੰਨ ਲਓ ਜਿਹੜੀ ਤੁਸੀਂ PDF ਡਾਊਨਲੋਡ ਕੀਤੀ ਆ ਚੈਨਲ ਤੋਂ, ਡਿਸਕ੍ਰਿਪਸ਼ਨ 'ਚ ਇਹਦਾ ਚੈਨਲ ਦਾ ਲਿੰਕ ਆ, ਉੱਥੇ ਜਿਹੜੀ ਚੀਜ਼ ਨਹੀਂ ਵੀ ਲਿਖੀ ਉਹ ਐਡ ਕਰ ਸਕਦੇ ਹੋ ਤੁਸੀਂ। 1712 'ਚ ਇਹਦੇ ਮਰਨ ਤੋਂ ਬਾਅਦ ਜਹੰਦਰ ਸ਼ਾਹ ਰਾਜਾ ਬਣਿਆ 1 ਸਾਲ ਵਾਸਤੇ। 1 ਸਾਲ ਲਈ ਉਹ ਰਾਜਾ ਬਣਿਆ। ਕਹਿੰਦੇ ਉਹਦਾ ਵਜ਼ੀਰ ਸੀ ਜ਼ੁਲਫਿਕਾਰ ਅਲੀ, ਜਿਹਨੇ ਉਹਨੂੰ ਸੱਤਾ 'ਚ ਲਿਆਂਦਾ ਸੀ। ਕਹਿੰਦੇ ਬਾਅਦ ਵਾਲੇ ਮੁਗਲਾਂ ਵੇਲੇ ਨਾ ਇੱਕ ਹੋਰ ਘਟਨਾ ਬਹੁਤ ਖਾਸ ਆ, ਵਜ਼ੀਰਾਂ ਦਾ ਰਾਜ ਬਹੁਤ ਹੋ ਗਿਆ। ਜਿਵੇਂ ਅੱਗੇ ਜਾ ਕੇ 2 ਭਰਾ ਆਉਣਗੇ, ਅਬਦੁੱਲਾ ਭਰਾ ਅਫਗਾਨਿਸਤਾਨ ਦੇ ਸੀ, ਉਹਨਾਂ ਨੇ ਬੜਾ ਕੰਟਰੋਲ ਰੱਖਿਆ ਰਾਜਿਆਂ 'ਤੇ, ਜਹੰਦਰ ਸ਼ਾਹ, ਫਾਰੂਕ ਸਿਆਰ 'ਤੇ। ਫਿਰ ਰੰਗੀਲੇ 'ਤੇ ਵੀ ਕੰਟਰੋਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਟੰਗ ਹੀ ਦਿੱਤੇ ਦੋਵੇਂ। ਖੈਰ ਮਤਲਬ ਇਹਨਾਂ ਸਮਿਆਂ 'ਚੋਂ ਅਦਾਲਤ ਦੀ ਕਾਰਵਾਈ ਦੇ ਵਿੱਚ, ਦਰਬਾਰ ਦੀ ਕਾਰਵਾਈ ਦੇ ਵਿੱਚ ਨਾ ਵਜ਼ੀਰਾਂ ਦਾ ਕੰਮ ਬਹੁਤ ਹੋ ਗਿਆ। ਖੈਰ ਇਹਨੇ ਨਾ ਪਹਿਲੀ ਵਾਰ ਜ਼ਮੀਨਾਂ ਠੇਕੇ 'ਤੇ ਦੇਣੀਆਂ ਸ਼ੁਰੂ ਕੀਤੀਆਂ। ਇਜ਼ਾਰੇਦਾਰੀ
ਠੇਕੇ ਤੇ ਪੈਲੀ ਦੇਣਾ ਪ੍ਰਣਾਲੀ ਇਹ ਲੈ ਕੇ ਆਇਆ ਸੀਗਾ। ਮਤਲਬ ਕਿ 5-5 ਸਾਲ ਦੀ ਜ਼ਮੀਨਾਂ ਠੇਕੇ ਤੇ ਦੇ ਦੀਆਂ ਵੱਡੇ ਵੱਡੇ ਠੇਕੇਦਾਰਾਂ ਨੂੰ। ਉਹਨਾਂ ਨੇ ਕੁਛ ਨਹੀਂ ਦੇਖਿਆ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਆ ਘਟਦੀ ਆ, ਬਸ ਜ਼ਮੀਨਾਂ 'ਚੋਂ ਠੇਕੇ ਤੇ ਲਈਆਂ ਸੀ, ਵੱਧ ਤੋਂ ਵੱਧ ਨਿਚੋੜ ਕੇ ਜ਼ਮੀਨਾਂ ਵਾਪਸ ਕਰਤੀਆਂ। ਜ਼ਮੀਨਾਂ ਦੀ ਬੰਜਰਤਾ ਵੱਧ ਗਈ, ਬੰਜਰਪੁਣਾ ਵੱਧ ਗਿਆ ਜ਼ਮੀਨਾਂ 'ਚ, ਉਪਜਾਊ ਸ਼ਕਤੀ ਘਟ ਗਈ। ਸੋ ਇਹ ਇਸ ਸ਼ਖਸ ਦੇ ਵੇਲੇ ਹਰਕਤ ਹੋਈ ਹੈ। ਇਸ ਤੋਂ ਬਾਅਦ ਗੱਦੀ ਤੇ ਬੈਠਾ ਫਾਰੂਕ ਸਿਆਰ। ਦੋ ਸੈਯਦ ਭਰਾ ਸੀ, ਸੈਯਦ ਅਬਦੁੱਲਾ ਤੇ ਹੁਸੈਨ ਅਲੀ। ਇਹ ਦੋ ਸੈਯਦ ਭਰਾ ਸੀਗੇ। ਇੱਕ ਵਜ਼ੀਰ ਸੀ, ਇੱਕ ਅੱਜ ਦੇ ਹਿਸਾਬ ਨਾਲ ਡਿਫੈਂਸ ਮੰਤਰੀ, ਰੱਖਿਆ ਮੰਤਰੀ ਸੀਗਾ। ਸੋ ਉਹ ਉਹਨਾਂ ਦੀ ਮਦਦ ਨਾਲ ਸੱਤਾ 'ਚ ਆ ਗਿਆ। ਹੁਣ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਬਹੁਤ ਇੰਪੋਰਟੈਂਟ ਆ, ਇਸ ਸ਼ਖਸ ਦੇ ਵੇਲੇ ਫਾਰੂਕ ਸਿਆਰ 1713 ਤੋਂ ਲੈ ਕੇ 19 ਤੱਕ ਰਾਜਾ ਰਿਹਾ। ਇਸੇ ਦੇ ਦੌਰਾਨ ਗੁਰੂ ਜੀ ਨੇ ਜਿਹੜੇ ਸ਼ਖਸ ਨੂੰ ਪੰਜਾਬ ਭੇਜਿਆ ਸੀਗਾ ਨੰਦੇੜ ਵਾਲੇ ਪਾਸਿਓਂ, ਆਪਣਾ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਦਾ ਖਿਤਾਬ ਦੇ ਕੇ, ਉਹਨੂੰ ਫਾਰੂਕ ਸਿਆਰ ਦੇ ਕਹਿਣ ਤੇ ਲਾਹੌਰ ਦਾ ਗਵਰਨਰ ਅਬਦਸ ਸਮਦ ਖਾਨ, ਕੌਣ? ਅਬਸਦ ਸਮਦ ਖਾਨ, ਗੁਰਦਾਸ ਨੰਗਲ ਅੱਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ, ਗੁਰਦਾਸ ਨੰਗਲ ਤੋਂ ਅਰੈਸਟ ਕਰਕੇ ਲੈ ਕੇ ਆਇਆ ਸੀਗਾ ਤੇ ਦਿੱਲੀ ਜਾ ਕੇ ਉਹਨੂੰ ਸ਼ਹੀਦ ਕੀਤਾ ਗਿਆ। ਸ਼ਹੀਦ ਕਰਨ ਤੋਂ ਪਹਿਲਾਂ ਉਹਦੇ ਬੇਟੇ ਅਜੇ ਸਿੰਘ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ। ਸੋ ਬੜੇ ਤਸੀਹੇ ਪਰਿਵਾਰ ਨੂੰ ਦਿੱਤੇ। ਤੇ ਖੈਰ ਇਹ ਸਾਰਾ ਘਟਨਾਕ੍ਰਮ ਇਸ ਫਾਰੂਕ ਸਿਆਰ ਦੇ ਵੇਲੇ ਵਾਪਰਿਆ। ਤੇ ਕਿਸੇ ਦਾ ਵੀ ਨਾਮ ਪੁੱਛਿਆ ਜਾ ਸਕਦਾ ਹੈ ਕਿ ਬੰਦਾ ਸਿੰਘ ਨੂੰ ਗੁਰਦਾਸ ਨੰਗਲ ਤੋਂ ਅਰੈਸਟ ਕਰਕੇ ਜਾਂ ਫੜ ਕੇ ਲੈ ਕੇ ਆਉਣ ਵਾਲੇ ਵੇਲੇ ਲਾਹੌਰ ਦੇ ਗਵਰਨਰ ਦਾ ਨਾਮ ਕੀ ਸੀ? ਅਬਦਸ ਸਮਦ ਖਾਨ, ਇਸਮਾਇਲ ਖਾਨ ਜਾਂ ਜ਼ਕਰੀਆ ਖਾਨ ਜਾਂ ਮੀਰ ਮਨੂ? ਤੁਹਾਨੂੰ ਪਤਾ ਹੋਣਾ ਚਾਹੀਦਾ ਨਾ, ਇਹੋ ਜਿਹੇ ਸਵਾਲ ਪੇਪਰ 'ਚ ਆਉਂਦੇ ਆ। ਕਹਿੰਦੇ ਇਸ ਸ਼ਖਸ ਦੇ ਵੇਲੇ ਇੱਕ ਬਹੁਤ ਵੱਡੀ ਘਟਨਾ ਵਾਪਰੀ। ਜਿਹੜੇ ਉਸ ਟਾਈਮ ਦੇ ਹੈਦਰਾਬਾਦ ਦਾ ਨਵਾਬ, ਬੰਗਾਲ ਦਾ ਨਵਾਬ ਤੇ ਉੱਥੋਂ ਦਾ ਅਵਧ ਅੱਜ ਦੇ ਲਖਨਊ ਦਾ ਨਵਾਬ ਸਿਰ ਕੱਢਣ ਲੱਗ ਪਿਆ। ਨਾਮ ਇਹਨਾਂ ਦੇ ਮੈਂ ਦੱਸ ਹੀ ਚੁੱਕਿਆ, ਸੱਦਤ ਖਾਨ ਹੋ ਗਿਆ, ਮੁਰਸ਼ਿਦ ਕੁਲੀ ਖਾਨ ਹੋ ਗਿਆ, ਅਸ਼ਫ ਖਾਨ, ਕੁਲਿਚ ਖਾਨ ਉਹਨੂੰ ਕਹਿ ਦਿੰਦੇ ਸੀ, ਉਹਦਾ ਅਸ਼ਫ ਸ਼ਾਹ ਉਹਨੇ ਆਪਣਾ ਨਾਮ ਰੱਖਿਆ ਸੀ, ਜਾਂ ਨਿਜ਼ਾਮ ਆਪਣੇ ਆਪ ਨੂੰ ਕਹਾਉਂਦਾ ਸੀ ਉਹ। ਤੇ ਖੈਰ ਹੋਇਆ ਕਿ ਇਹਨੇ ਫਿਰ ਬੜੀ ਚਲਾਕੀ ਕੀਤੀ ਫਾਰੂਕ ਸਿਆਰ ਨੇ। ਉਹਨਾਂ ਸਮਿਆਂ 'ਚ ਭਾਰਤ 'ਚ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ, ਜਿਹੜੀ ਅੰਗਰੇਜ਼ਾਂ ਦੀ ਕੰਪਨੀ ਸੀ, ਉਹ ਭਾਰਤ ਦੇ ਵਿੱਚ ਜਾਂ ਤਾਂ ਬੰਦਰਗਾਹਾਂ ਦੇ ਨੇੜੇ ਨੇੜੇ ਸਮੁੰਦਰੀ ਕੰਢਿਆਂ 'ਤੇ ਜਾਂ ਬੰਗਾਲ ਤੱਕ ਕਾਬਜ਼ ਸੀ। ਬੇਸ਼ੱਕ ਜਿਹੜੇ ਗਵਰਨਰ ਸੀ ਉਹ ਸਿਰ ਕੱਢ ਰਹੇ ਸੀ, ਪਰ ਹਜੇ ਵੀ ਪੂਰੇ ਭਾਰਤ 'ਚ ਫਰਮਾਨ ਰਾਜੇ ਦੇ ਨਾਮ ਦਾ ਜਾਰੀ ਹੁੰਦਾ ਸੀ। ਰਾਜੇ ਨੇ ਇੱਕ ਫਰਮਾਨ ਜਾਰੀ ਕਰਤਾ ਕੰਪਨੀ ਦੇ ਨਾਂ 'ਤੇ ਕਿ ਤੁਹਾਨੂੰ ਬੰਗਾਲ, ਗੁਜਰਾਤ, ਹੈਦਰਾਬਾਦ ਦੇ ਵਿੱਚ, ਬੰਗਾਲ, ਗੁਜਰਾਤ ਤੇ ਹੈਦਰਾਬਾਦ ਦੇ ਵਿੱਚ ਤੁਸੀਂ ਟੈਕਸ ਫਰੀ ਬਿਨਾਂ ਕਰ ਜਮ੍ਹਾਂ ਕਰਾਏ, ਇੱਕ ਵਾਰੀ ਉੱਕਾ ਫੁੱਕਾ ਕਰ ਮੈਨੂੰ ਜਮ੍ਹਾਂ ਕਰਾ ਦਿਓ, ਉੱਥੋਂ ਦੇ ਗਵਰਨਰਾਂ ਨੂੰ ਕਰ ਦੇਣ ਦੀ ਲੋੜ ਹੀ ਨਹੀਂ, ਟੈਕਸ ਦੇਣ ਦੀ ਲੋੜ ਹੀ ਨਹੀਂ। ਇਹ ਇੱਕ ਅਜਿਹਾ ਦਸਤਾਵੇਜ਼ ਸੀ ਜਿਹਨੂੰ ਕੰਪਨੀ ਦਾ ਮੈਗਨਾ ਕਾਰਟਾ ਕਿਹਾ ਗਿਆ। ਮੈਗਨਾ ਕਾਰਟਾ ਹੁੰਦਾ ਇੱਕ ਅਜਿਹਾ ਜਾਦੂਈ ਕਾਗਜ਼ ਜਿਹਦੇ 'ਚ ਤੁਹਾਨੂੰ ਪਤਾ ਨਹੀਂ ਰੱਬ ਵੀ ਹੱਕ ਲਿਖ ਕੇ ਦੇ ਦਿੰਦਾ ਹੈ। ਸੋ ਈਸਟ ਇੰਡੀਆ ਕੰਪਨੀ ਨੂੰ ਇਸ ਡਾਕੂਮੈਂਟ ਦਾ, ਇਸ ਦਸਤਾਵੇਜ਼ ਦਾ ਇੰਨਾ ਫਾਇਦਾ ਹੋਇਆ ਕਿ ਕੰਪਨੀ ਨੂੰ ਕਰ ਦੇਣਾ ਨਹੀਂ ਸੀ ਪੈਂਦਾ। ਇੰਨਾ ਪੈਸਾ ਕੰਪਨੀ ਨੇ ਕਮਾਇਆ ਇਸ ਕੰਮ 'ਚੋਂ ਕਿ ਉਸ ਤੋਂ ਬਾਅਦ ਉਸੇ ਪੈਸੇ ਨਾਲ ਸੈਨਾ ਬਣਾ ਕੇ ਉਸੇ ਸੈਨਾ ਨਾਲ ਮੁਗਲਾਂ ਨੂੰ ਹਰਾਤਾ। ਤੁਹਾਡੇ ਹੀ ਵੰਸ਼ਜਾਂ ਨੂੰ ਹਰਾਉਣਾ ਸੀ ਫਾਰੂਕ ਸਿਆਰ ਸਾਹਿਬ। ਸੋ ਇਹ ਬੜੀ ਵੱਡੀ ਗਲਤੀ ਮੈਂ ਮੰਨਦਾ ਕਿ ਫਾਰੂਕ ਸਿਆਰ ਤੋਂ ਹੋਈ ਆ। ਸੋ ਸਿਰਫ ਇਸ ਕਰਕੇ ਕਿ ਮੈਂ ਆਪਣੇ ਗਵਰਨਰਾਂ ਨੂੰ ਨੀਵਾਂ ਪਵਾ ਦਾਂ। ਕੀ ਨੀਵਾਂ ਪਵਾਓਗੇ ਬਈ? ਜਲੂਸ ਕਢਾ ਕੇ ਰੱਖ ਲਿਆ ਤੁਸੀਂ। ਖੈਰ ਮੁਰਸ਼ਿਦ ਕੁਲੀ ਖਾਨ ਨੂੰ ਬਾਅਦ 'ਚ ਇਹਨੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ, ਜ਼ਫਰ ਖਾਨ ਦਾ ਖਿਤਾਬ ਵੀ ਦਿੱਤਾ, ਪਰ 1717 'ਚ ਮੁਰਸ਼ਿਦ ਕੁਲੀ ਖਾਨ ਇਸੇ ਦੇ ਵੇਲੇ ਬੰਗਾਲ ਨੂੰ ਆਜ਼ਾਦ ਕਹਿ ਗਿਆ ਫਿਰ ਕਿ ਬਈ ਜੇ ਤੂੰ ਇੰਨਾ ਹੀ ਤੰਗ ਕਰੇਂਗਾ। 1717 'ਚ ਹੀ ਕੰਪਨੀ ਦੇ ਨਾਮ 'ਤੇ ਮੈਗਨਾ ਕਾਰਟਾ ਬਣਿਆ। 1716 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਤੋਂ ਅਰੈਸਟ ਕਰਕੇ ਲਿਆਂਦਾ ਗਿਆ। 1715 ਦੇ ਵਿੱਚ ਤੇ 16 'ਚ ਸ਼ਹੀਦ ਕੀਤਾ ਗਿਆ। ਫਾਰੂਕ ਸਿਆਰ ਦਾ ਨੂੰ ਕਤਲ ਕਰਿਆ ਸੈਯਦ ਭਰਾਵਾਂ ਨੇ ਜਦੋਂ ਉਹਨਾਂ ਤੋਂ ਬਾਹਰ ਹੋ ਗਿਆ। ਖੈਰ ਉਸ ਤੋਂ ਬਾਅਦ ਦੋ ਛੋਟੇ ਛੋਟੇ ਰਫੀ ਉਲ ਦਰਾਜ਼ਤ ਇਹਨੇ ਗੱਦੀ ਸਾਂਭੀ, ਠੀਕ ਆ, ਤੇ ਜ਼ਿਆਦਾ ਸ਼ਰਾਬ ਪੀਣ ਕਰਕੇ ਇਹਦੀ ਮੌਤ ਹੋ ਗਈ। 6 ਮਹੀਨੇ ਕਿ 4 ਮਹੀਨੇ ਰਿਹਾ। ਇਹਦੇ ਤੋਂ ਬਾਅਦ ਰਫੀ ਉਲ ਦੌਲਾ 6 ਮਹੀਨੇ ਰਿਹਾ ਤੇ ਟੀਬੀ ਕਰਕੇ, ਤਬਦੀਕ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਕਰਕੇ ਇਹਦੀ ਮੌਤ ਹੋ ਗਈ, ਠੀਕ ਆ। ਤੇ ਇੱਕ ਗੱਲ ਹੋਰ, ਰਫੀ ਉਲ ਦੌਲਾ ਆਪਣੇ ਆਪ ਨੂੰ ਸ਼ਾਹਜਹਾਨ ਕਹਿੰਦਾ ਸੀ। ਸ਼ਾਹਜਹਾਨ ਨਾਮ ਦਾ ਇੱਕ ਰਾਜਾ ਪਹਿਲਾਂ ਵੀ ਹੋਇਆ 1628 ਤੋਂ ਲੈ ਕੇ 1656 ਜਾਂ 58 ਤੱਕ,
मैं ਜਾਂ क्यों बोलदा 56 तक वो राजा सी, 2 साल जेल च भी रहा, अपने ही मुंडे एक औरंगजेब दी। सो इस करके इनू शाहजहान 2 कहा गया। शाह आलम किन्नू कहा गया? बहादुर शाह का नाम सी। सो कई बारी पेपर च कन्फ्यूज़ हो जाता है कि शाहजहान तो बिना शाहजहान 2 किस मुगल शासक का दूजा नाम सी? ही वो सीगा रफ़ी उस दौला। एडा इंपॉर्टेंट सवाल आ, बस पूरे तरीके नाल तुसीं मतलब कि कंसैप्ट नूं समझना है। इन्हां दी जल्दी मौत तो बाद फिर गद्दी ते बैठा मुहम्मद शाह रंगीला। हुण मैं नहीं जानदा कि तुसीं किन्ने वधिया तरीके नाल तैयार फिल्म देख के आए सी मस्ताने। मस्ताने फिल्म जिहड़ी आ उहदी जिहड़ी कहानी आ वो किस संदर्भ दे विच आ, जिस समय की कहानी आ उस वेले भारत का मुगल शासक कौन सी? कदी सोचिया? उस वेले भारत का मुगल शासक सीगा मुहम्मद शाह रंगीला। मुहम्मद शाह रंगीला नूं सैयद भरावां ने गद्दी ते बिठाया सी। इयाश परस्ती जादीकरण करके रंगीले नाम नाल मशहूर सी। सैयद भरा जिन्हां ने उन्होंने गद्दी ते बिठाया सीगा उन्हां नूं मराठियां की मदद नाल मरवाता। मराठे कौन सी? मराठे जिहड़े मराठे सी जिन्हां नाल मुगलों की कदी बने नहीं, पर कई बारी दुश्मन का दुश्मन दोस्त। पुरानी खुंदक सी मराठियां दी सैयद भरावां नाल, पर इनू पता सी रंगीले नूं कि ये सैयद भरा मेरे लिए खतरनाक होणगे, जे मैं ये ना मरवाए मैनू मरवा देणगे, क्योंकि जिहड़ा भी राजा बनाउंदे आ ते वो काम नहीं करता उन्होंने साइड ते कर दिंदे आ, वांझे कर दिंदे आ। सो इन्हें सैयद भरा बालाजी विश्वनाथ के मराठे नाल मिल के कतल करवाते। ये समय वो अपने आप चो एक उस वेले अपने आप च एक बहुत वड्डा कत्थक का डांसर सी। कत्थक एक क्लासीकल डांस आ, मतलब कि एक बड़ा मशहूर क्लासीकल डांस आ कत्थक, जिहड़ा यूपी के इलाके च बड़ा मशहूर आ। ये बड़ा मशहूर डांसर रहा। इस बंदे दे वेले 2 इलाके आज़ाद होए आ। तुहानूं पता कि बंगाल तो पहले ही हो गया सी 1717 च, ये वेले अवध 1724 च बहराम खान ने आज़ाद करा लिया। तो निज़ाम उल मुल्क जिन्हों अशफ शाह भी कहते सी जां किलच खान भी कहते सी, तिन्ने नाम सी उहदे, उन्हें 1724 च हैदराबाद आज़ाद करा लिया। ये बहुत इंपॉर्टेंट गल आ, ये भी गल समझ आ गई। इन्हें इस बंदे की अयाश परस्ती करके ही ये वेले ही 1712 तो लैके 1725 तक लाहौर का गवर्नर सी अब्दस सम्मद खान, जिन्हें बंदा सिंह बहादुर अरैसट करके लिया सी फारूक सियार दे वेले। ये वेले 1725 तो लैके ये मरण तो बाद 1746 तक लाहौर का गवर्नर रहा है जकरिया खान। समझ आ गई? याद आ गई सारी स्टोरी कि मुहम्मद शाह रंगीला दिल्ली का राजा, जकरिया खान पंजाब का, लाहौर का गवर्नर। उहदे मरण तो बाद फिर अगे यहिया खान उहदा बेटा आऊगा, मुंडा उहदा जानी। इसे शख्स के वेले 1719 तो लैके 48 तक यदा शासन भारत ते रहा। ये वेले भारत च एक होर बड़ी खास गल हुई है। ये वेले 1739 ईस्वी की फरवरी के महीने दे विच करनाल की लड़ाई हुई है। कित्थों की लड़ाई हुई है? करनाल की लड़ाई। करनाल की लड़ाई च नादर शाह ने यदा जलूस कढ़िया, वधिया हराया, पर ये तो पहला वो पंजाब के गवर्नर जकरिया खान नूं मिट्टी च मिला के फिर अगे आया। वो तो ये अगे सरैंडर ही कर गया सीगा। फिर उस तो बाद नादर शाह दिल्ली आया, दिल्ली च कतलेआम किया, फिर लुट खो की, मंदिरों के दरवाजे लाए, ਧੀਆਂ ਭੈਣਾਂ ਨੂੰ ਅਰੈਸਟ ਲੈ ਕੇ वापस जा रहा सी। तो फिर मस्ताने वाली फिल्म जी है वह पहला सीन याद करो, जो सिख वो औरतों को बचाते हैं उस लुटे हुए समान की, क्योंकि जंगलों च रह रहे हो, तुहानूं उस तो पहला सिखां दे संबंध इन्ने खराब सी मुगलों नाल कि पिंडां च नहीं सी रहिंदे, जंगलों च रहिंदे सी। गुरीला लड़ाई सिख चुके सीगे ते गुरीला टैक्टिक्स सीख चुके सी। तो फिर नादर शाह की सैना के खिलाफ वो बड़े वधिया तरीके नाल लड़े आ। सो नादर शाह ने 1739 च करनाल की लड़ाई च दिल्ली के मुगल शासक मुहम्मद शाह रंगीला नूं बड़े बुरे तरीके नाल हराया सी, पर उस तो पहला जकरिया खान नूं भी हराया सी। सो मुहम्मद शाह रंगीला बारे असीं पढ़ लिया। ये तो बाद 1748 च इस तो बाद आ गया अगला राजा। 1748 तो लैके 1754 तक अगला मुगल शासक अहमद शाह रहा। हुण बड़ी इंटरस्टिंग गल आ, 1739 च भारत ते कब्जा हमला किन्ने कीता? 1739 ਦੇ ਵਿੱਚ ਭਾਰਤ ਤੇ ਹਮਲਾ ਕਰਨ ਵਾਲਾ ਸ਼ਖਸ ਕੌਣ ਸੀਗਾ? ਉਹ ਸੀਗਾ ਅਹਿਮਦ ਸ਼ਾਹ। ਠੀਕ ਆ, ਸੌਰੀ ਨਾਦਰ ਸ਼ਾਹ। ਨਾਦਰ ਸ਼ਾਹ ਕਿੱਥੋਂ ਦਾ ਸੀ? ਈਰਾਨ ਦਾ, ਜਿਹਨੂੰ ਅਸੀਂ ਪਰਸ਼ੀਆ ਕਹਿੰਦੇ ਆ, ਫਾਰਸ ਕਹਿੰਦੇ ਆ। ਉਹ ਵਾਪਸ ਗਿਆ ਹੋਊਗਾ। ਉਹਦਾ ਇੱਕ ਸੈਨਾਪਤੀ ਸੀ ਅਹਿਮਦ ਸ਼ਾਹ ਅਬਦਾਲੀ। ਠੀਕ ਆ, ਉਹਦੇ ਮਰਨ ਤੋਂ ਬਾਅਦ ਉਹਦਾ ਸੈਨਾਪਤੀ ਰਾਜਾ ਬਣ ਗਿਆ, ਪਰ ਉਹ ਅਫਗਾਨਿਸਤਾਨ ਦਾ ਸੀ। ਉਹ ਸਾਰਾ ਆਪਣਾ ਰਾਜ ਭਾਗ ਪਰਸ਼ੀਆ ਤੋਂ ਚੱਕ ਕੇ ਅਫਗਾਨਿਸਤਾਨ ਲੈ ਗਿਆ, ਕਿ ਜਿੱਥੋਂ ਦਾ ਮੈਂ ਆਪ ਹਾਂ। अहमद शाह अबदाली ने भारत ते 1748 तो बाद हमले किए।
ਤੇ ਬੜੀ ਇੰਟਰਸਟਿੰਗ ਗੱਲ, ਬੜੀ ਇੰਪੋਰਟੈਂਟ ਗੱਲ, ਜਦੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪਣੇ ਆਪ ਨੂੰ ਮੋਤੀਆਂ 'ਚ ਪਰੋਇਆ ਹੋਇਆ ਮੰਨਦਾ ਸੀ, ਦੁਰਾਨੀ ਮਤਲਬ ਮੋਤੀਆਂ 'ਚ, ਉਹ ਆਪਣੇ ਆਪ ਨੂੰ ਅਹਿਮਦ ਸ਼ਾਹ ਦੁਰਾਨੀ ਵੀ ਕਹਿੰਦਾ ਸੀ। ਅਬਦਾਲੀ ਤਖੱਲਸ ਉਹਦੇ ਨਾਲ ਤਾਂ ਲਾਈਦਾ ਕਿਉਂਕਿ ਅਬਦਾਲ ਇਲਾਕੇ ਦਾ ਸੀ, ਹਸਨ ਅਬਦਾਲ ਇਲਾਕੇ ਨਾਲ ਸੰਬੰਧਿਤ ਸੀ। ਅਹਿਮਦ ਸ਼ਾਹ ਅਬਦਾਲੀ ਜਦੋਂ ਭਾਰਤ 'ਤੇ ਹਮਲਾ ਕਰਦਾ ਹੈ, ਅਤੇ ਖਾਸ ਗੱਲ ਆ ਉਸ ਵੇਲੇ ਭਾਰਤ ਦੇ ਮੁਗਲ ਸ਼ਾਸਕ ਦਾ ਨਾਮ ਹੀ ਅਹਿਮਦ ਸ਼ਾਹ ਹੀ ਸੀਗਾ। ਸੋ ਸਭ ਤੋਂ ਵੱਡੀ ਗੱਲ ਆ, ਮੁਹੰਮਦ ਸ਼ਾਹ ਰੰਗੀਲਾ ਦਾ ਜਿਹੜਾ ਸੀਗਾ, ਅਤੇ ਇੱਕ ਨੱਚਣ ਵਾਲੀ ਕੁਦਸੀਆ ਬੇਗਮ ਦਾ ਮੁੰਡਾ ਸੀ ਇਹ। ਅਹਿਮਦ ਸ਼ਾਹ ਅਬਦਾਲੀ ਜਿਹੜਾ ਉਸ ਵੇਲੇ ਦਾ ਅਫਗਾਨਿਸਤਾਨ ਦਾ ਸ਼ਾਸਕ ਸੀ, ਉਹਨੇ ਦਿੱਲੀ 'ਤੇ ਕਈ ਹਮਲੇ ਕੀਤੇ, ਅਤੇ ਪਹਿਲਾ ਹਮਲਾ ਇਹਦੇ ਵੇਲੇ ਹੀ ਕੀਤਾ, ਅਤੇ ਇਹਦੇ ਹੀ ਵਜ਼ੀਰ, ਅਹਿਮਦ ਸ਼ਾਹ ਦੇ ਵਜ਼ੀਰ ਇਮਾਦ ਉਲ ਮੁਲਕ ਨੇ ਇਹਨੂੰ ਅੰਨਾ ਕਰਕੇ ਕੈਦ ਕਰ ਲਿਆ ਸੀਗਾ। ਅਸਲ ਦੇ ਵਿੱਚ ਅਹਿਮਦ ਸ਼ਾਹ ਕਮਜ਼ੋਰ ਜਿਹਾ ਸੀਗਾ ਅਤੇ ਬਹੁਤ ਤਾਕਤਵਰ ਰਾਜਾ ਬਣ ਕੇ ਨਹੀਂ ਉੱਭਰ ਸਕਿਆ। ਵਜ੍ਹਾ ਇਹਦੇ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਬੜੇ ਹਮਲੇ ਹੋਏ। 1748 ਤੋਂ ਲੈ ਕੇ ਲਗਾਤਾਰ ਉਹ 7-8 ਹਮਲੇ ਕਰਦਾ ਹੈ। 1754 ਤੱਕ ਇਹ ਰਹਿੰਦਾ ਹੈ, ਅਤੇ ਇਹਦੇ ਤੋਂ ਬਾਅਦ ਅਗਲਾ ਰਾਜਾ ਜਿਹੜਾ ਹੈ, ਇਸ ਤੋਂ ਬਾਅਦ ਅਗਲਾ ਰਾਜਾ, ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਦਾ ਕਿ ਮਾਸਟਰ ਕਲਾਸਿਸ ਪਟਿਆਲਾ 'ਤੇ ਜਿਹੜੇ ਪਲੇਟਫਾਰਮ 'ਤੇ ਤੁਸੀਂ ਹੁਣ ਤਿਆਰੀ ਕਰ ਰਹੇ ਹੋ, ਕਿਹੜੀ ਤਿਆਰੀ ਆ? PS ਟੈਟ ਪੇਪਰ 1, ਮਤਲਬ ਇਹ ਸਾਈਕੋਲੋਜੀ ਯਾਨੀ ਕਿ ਪੈਡਾਗੋਜੀ, ਇੰਗਲਿਸ਼, ਪੰਜਾਬੀ ਅਤੇ ਸਾਰੀ EVS ਜੋ ਵੀ ਆਪਾਂ ਨੂੰ ਸਾਇੰਸ ਮੈਥ ਦੇ ਨਾਮ 'ਤੇ, SST ਦੇ ਨਾਮ 'ਤੇ ਆਉਂਦੀ ਹੈ। PS ਅਤੇ ETT ਦਾ ਪੇਪਰ, ETT ਦਾ ਕੋਰਸ ਥੋੜ੍ਹੀ ਜਿਹੀ ਲੇਟ ਲਾਂਚ ਕਰਾਂਗੇ ਪਰ ਪਿਓਰ ਪੰਜਾਬੀ 'ਚ, ਜਿਵੇਂ ਕਿ ਤੁਸੀਂ ਸਾਡੇ ਵੀਡੀਓਜ਼ ਦੀਆਂ ਡਿਸਕ੍ਰਿਪਸ਼ਨ ਪ੍ਰੋਪਰ ਦੇਖੋਗੇ। ਉਸ ਤੋਂ ਬਾਅਦ PS ਟੈਟ ਪੇਪਰ 2, ਉਹਦੇ 'ਚ ਸਾਰੀ SST ਮਤਲਬ ਕਿ ਤਿੰਨੇ ਸਬਜੈਕਟ ਸਾਈਕੋ, ਪੈਡਾਗੋਜੀ, ਇੰਗਲਿਸ਼, ਪੰਜਾਬੀ ਅਤੇ 60 ਨੰਬਰ ਦੀ SST। PS ਟੈਟ ਪੇਪਰ 2 ਦੀ ਸਾਇੰਸ ਮੈਥ ਪੜ੍ਹਾਵਾਂਗੇ ਅਸੀਂ ਪੰਜਾਬੀ ਮੀਡੀਅਮ 'ਚ ਹੀ, ਬਸ ਸਾਇੰਸ ਮੈਥ ਅਸੀਂ ਬਾਈਲਿੰਗੁਅਲ ਅੰਗਰੇਜ਼ੀ ਪਲੱਸ ਪੰਜਾਬੀ 'ਚ ਪੜ੍ਹਾਵਾਂਗੇ, ਬਾਕੀ ਸਭ ਸਾਡਾ ਪੰਜਾਬੀ 'ਚ ਆ, ਅਤੇ ਪੈਡਾਗੋਜੀ ਅੰਗਰੇਜ਼ੀ ਪਲੱਸ ਪੰਜਾਬੀ 'ਚ ਪੜ੍ਹਾਵਾਂਗੇ। ਇਸ ਤੋਂ ਬਾਅਦ ਮਾਸਟਰ ਕੈਡਰ ਅਤੇ ਲੈਕਚਰਾਰ, ਇਹਦੇ ਪੇਪਰਾਂ ਦੀ ਅਤੇ ਪ੍ਰਿੰਸੀਪਲਸ ਦੇ ਪੇਪਰਾਂ ਦੀ ਤਿਆਰੀ। ਸਾਡੀ ਐਪ ਆ ਮਾਸਟਰ ਕਲਾਸਿਸ ਪਟਿਆਲਾ, ਆਹ ਲੋਗੋ ਆ, ਐਂਡਰੋਇਡ 'ਤੇ ਐਪ ਆ, ਨਾਮ ਮਾਸਟਰ ਕਲਾਸਿਸ ਪਟਿਆਲਾ, ਆਈਫੋਨ 'ਤੇ ਨਾਮ ਮਾਈ ਇੰਸਟੀਟਿਊਟ ਆ। ਉੱਥੇ ਇੱਕ ਕੋਡ ਭਰਨਾ ਪੈਂਦਾ MVWOG। ਜਿੱਥੇ ਵੀਡੀਓ ਚੱਲ ਰਹੀ ਹੈ, ਜੇ ਤੁਸੀਂ ਟੀਚਿੰਗ ਕਲਾਸਿਸ ਵਾਲੇ ਕੋਰਸ 'ਤੇ ਕਿਸੇ ਵੀ ਦੇਖ ਰਹੇ ਹੋ ਤਾਂ ਉੱਥੇ 62 ਵਾਲੇ ਨੰਬਰ 'ਤੇ ਵੀ ਕਾਲ ਕਰਕੇ ਪਤਾ ਕਰ ਸਕਦੇ ਹੋ, ਪਲੱਸ 77078 00072, ਆਹ ਦੂਸਰਾ ਨੰਬਰ ਆ। ਸੋ ਕਿਸੇ ਵੀ ਨੰਬਰ ਨੂੰ ਪ੍ਰੈਫਰ ਕਰ ਸਕਦੇ ਹੋ ਤੁਸੀਂ, ਠੀਕ ਆ। ਇਸ ਤੋਂ ਬਿਨਾਂ ਤੁਸੀਂ ਆਪਣੇ ਨਾਲਦਿਆਂ ਨੂੰ ਦੱਸ ਸਕਦੇ ਹੋ ਕਿ ਸਾਡੇ ਕੋਲ ਪੰਜਾਬੀ ਮੀਡੀਅਮ 'ਚ ਤੁਸੀਂ ਦੇਖ ਹੀ ਲਿਆ ਤਾਂ ਅਸੀਂ PSSB ਅਤੇ ਪੰਜਾਬ ਪੁਲਿਸ ਅਤੇ ਸੀਨੀਅਰ ਸਹਾਇਕ ਤੱਕ ਦੇ ਪੇਪਰਾਂ ਦੀ ਤਿਆਰੀ, PCS ਪਿਓਰ ਪੰਜਾਬੀ ਮੀਡੀਅਮ 'ਚ, ਅਤੇ PPSC ਦੇ ਵਧੀਆ ਪੇਪਰਾਂ ਦੀ ਤਿਆਰੀ ਵੀ ਪੰਜਾਬੀ ਮੀਡੀਅਮ 'ਚ। ਤਾਂ ਤੁਸੀਂ ਜੇ PCS ਅਤੇ PPSC ਅਤੇ PSSB ਦੇ ਪੇਪਰਾਂ ਲਈ ਫਿਰ ਮੇਨ ਨੰਬਰ 77078 ਹੀ ਆ, ਜਾਂ ਦੂਜੇ ਕਿਸੇ ਵੀ ਨੰਬਰ 'ਤੇ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ। ਸੋ ਖੈਰ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ। ਹੁਣ ਆਇਆ ਬੜਾ ਮਸ਼ਹੂਰ ਰਾਜਾ ਸ਼ਾਹ ਆਲਮ। ਸ਼ਾਹ ਆਲਮ ਨਾਮ ਦਾ ਰਾਜਾ ਇੱਕ ਪਹਿਲਾਂ 1719 'ਚ ਆ ਚੁੱਕਿਆ ਹੈ, ਇਸ ਕਰਕੇ ਇਹਨੂੰ ਲੋਕ ਸ਼ਾਹ ਆਲਮ ਦੂਜਾ ਕਹਿ ਕੇ ਬੁਲਾਉਂਦੇ ਆ। ਬੜਾ ਲੰਮਾ ਸਮਾਂ, ਕਹਿੰਦੇ ਜੀ ਸਭ ਤੋਂ ਲੰਮਾ ਸਮਾਂ ਰਾਜ ਇਹਨੇ ਕਰਿਆ ਬੰਦੇ ਨੇ, ਤਕਰੀਬਨ ਤੁਸੀਂ ਮੰਨ ਕੇ ਚੱਲੋ 47 ਸਾਲ ਦੇ ਕਰੀਬ। ਫਿਰ ਮੁਹੰਮਦ ਸ਼ਾਹ ਰੰਗੀਲਾ ਦਾ ਦੂਜਾ ਨੰਬਰ ਆਉਂਦਾ ਹੈ। ਖੈਰ ਇਸ ਬੰਦੇ ਦੇ ਵੇਲੇ ਮੁਗਲ ਬਹੁਤ ਬੁਰੇ ਤਰੀਕੇ ਨਾਲ ਹਾਰੇ। ਜਦੋਂ ਇਹ ਦਿੱਲੀ ਦਾ ਸ਼ਾਸਕ ਸੀਗਾ, ਉਸ ਵੇਲੇ ਅੰਗਰੇਜ਼ ਕਿੱਥੇ ਸੀ? ਕਿਉਂਕਿ ਯਾਦ ਰੱਖੋ ਆਧੁਨਿਕ ਭਾਰਤ ਪੜ੍ਹਨਾ ਆਪਾਂ ਅੱਗੇ ਜਾ ਕੇ, ਅੰਗਰੇਜ਼ ਉਸ ਵੇਲੇ ਬੰਗਾਲ ਦੇ ਵਿੱਚ, ਬੰਗਾਲ ਦਾ ਨਵਾਬ ਜਿਹੜਾ ਕਿ ਇਹਨਾਂ ਤੋਂ ਅੱਖਾਂ ਕੱਢ ਗਿਆ ਸੀ, ਉਹਨੂੰ ਹਰਾਈ ਬੈਠੇ ਸੀ ਅੰਗਰੇਜ਼। ਉਸ ਤੋਂ ਬਾਅਦ ਥੱਲੇ ਦੱਖਣ ਵੱਲ ਚਲੇ ਗਏ, ਅਤੇ ਅੰਗਰੇਜ਼ਾਂ ਨੇ ਕਾਫੀ ਵੱਡੇ ਹਿੱਸੇ ਨੂੰ ਭਾਰਤ ਦੇ ਨੂੰ ਕਬਜ਼ੇ 'ਚ ਕਰ ਲਿਆ ਸੀ। ਇਹਦੇ ਵੇਲੇ ਕੀ ਹੋਇਆ ਸੀਗਾ, ਅਤੇ ਤੁਹਾਨੂੰ ਪਤਾ ਜਦੋਂ ਇਹ ਭਾਰਤ ਦਾ ਰਾਜਾ ਸੀਗਾ ਤਾਂ ਸ਼ਾਹ ਆਲਮ ਤੋਂ ਪਹਿਲਾਂ ਨਾਦਰ ਸ਼ਾਹ ਦੇ ਹਮਲੇ ਵੇਲੇ ਹੀ ਇੱਕ ਘਟਨਾ ਵਾਪਰੀ ਸੀ। ਮੈਂ ਦੱਸਦਾ ਤੁਹਾਨੂੰ, ਨਾਦਰ ਸ਼ਾਹ ਦੇ ਵੇਲੇ ਰੰਗੀਲਾ ਬੁਰੇ ਤਰੀਕੇ ਨਾਲ ਹਾਰਿਆ ਨਾਦਰ ਸ਼ਾਹ ਤੋਂ, ਇਸ ਕਰਕੇ ਉਹਨੇ ਨਾ ਭਾਰਤ 'ਚ ਮਰਾਠਿਆਂ ਦੇ ਨਾਲ ਦੋਸਤੀ ਕਰ ਲਈ ਕਿ ਸਾਨੂੰ ਵਿਦੇਸ਼ੀ ਹਮਲਿਆਂ ਤੋਂ ਤੁਸੀਂ ਬਚਾਓ, ਅੰਦਰ ਖਾਤੇ ਅਸੀਂ ਤੁਹਾਨੂੰ ਪੈਸੇ ਪੂਸੇ ਦੇ ਦਿਆ ਕਰਾਂਗੇ। ਮਰਾਠਿਆਂ ਨੇ ਵਾਅਦਾ ਪੂਰਾ ਕੀਤਾ। ਕਹਿੰਦੇ ਅਹਿਮਦ ਸ਼ਾਹ ਅਬਦਾਲੀ ਆਪਣੇ 7ਵੇਂ ਕਿ 8ਵੇਂ ਹਮਲੇ ਦੇ ਵਿੱਚ ਪਾਣੀਪਤ ਦੇ ਵਿੱਚ ਆਇਆ, ਅਤੇ ਉਹ ਪਾਣੀਪਤ ਦੇ ਇਤਿਹਾਸ ਦੀ ਤੀਸਰੀ ਲੜਾਈ ਆ। ਪਹਿਲੀ ਦੂਜੀ ਮੱਧਕਾਲੀਨ ਭਾਰਤ 'ਚ ਆਉਂਦੀ, ਮੈਂ ਪੜ੍ਹਾਊਂਗਾ, ਠੀਕ ਆ। ਪਾਣੀਪਤ ਦੀ ਤੀਜੀ ਲੜਾਈ 1761 ਵਿੱਚ ਹੋਈ, ਜਿਹਦੇ 'ਚ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਤੋਂ ਹਮਲਾ ਕਰਨ ਆਇਆ, ਮੁਗਲਾਂ ਨੂੰ ਬਚਾਉਣ ਵਾਸਤੇ ਮਰਾਠੇ ਆਏ, ਅਤੇ ਦੋਵੇਂ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਏ। ਤੁਸੀਂ ਆਪ ਦੇਖੋ, ਭਾਰਤ 'ਚ ਪਹਿਲੇ ਨੰਬਰ ਦੀ ਤਾਕਤ ਸੀ ਮੁਗਲ ਉਦੋਂ, ਉਹ ਵੀ ਹਾਰ ਗਏ। ਦੂਜੇ ਨੰਬਰ ਦੀ ਤਾਕਤ ਮਰਾਠੇ ਸੀ, ਉਹ ਵੀ ਹਾਰ ਗਏ। ਕਿੱਡੀ ਕਿਸਮਤ ਤੇਜ਼ ਹੋਊਗੀ ਅੰਗਰੇਜ਼ਾਂ ਦੀ, ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਇਹ ਦੋ ਤਾਕਤਾਂ ਦਾ ਸੀ, ਇਹ ਦੋਵੇਂ ਹਾਰ ਗਈਆਂ, ਕਮਜ਼ੋਰ ਪੈ ਗਈਆਂ। ਭਾਰਤ 'ਚ ਸਿਆਸਤ ਥਾਲੀ 'ਚ ਪਰੋਸ ਕੇ ਅੰਗਰੇਜ਼ਾਂ ਦੇ ਹੱਥ 'ਚ ਆ ਗਈ। ਅਹਿਮਦ ਸ਼ਾਹ ਅਬਦਾਲੀ ਜਿੰਨੇ ਹਰਾਏ, ਉਹ ਭਾਰਤ 'ਚ ਰਹਿਣਾ ਨਹੀਂ ਸੀ ਚਾਹੁੰਦਾ, ਵਾਪਸ ਲੰਘ ਗਿਆ।
ਸੋ ਦੂਰ ਬੈਠੇ ਅੰਗਰੇਜ਼ਾਂ ਨੂੰ ਕਿੰਨੀ ਖੁਸ਼ੀ ਹੋਈ। ਖੈਰ ਇਸੇ ਦੇ ਵੇਲੇ ਇੱਕ ਹੋਰ ਘਟਨਾ ਹੋਈ, ਸ਼ਾਹ ਆਲਮ ਦੇ ਵੇਲੇ ਅੰਗਰੇਜ਼ ਚੌੜੇ ਹੋ ਗਏ। ਫਿਰ ਕੀ ਹੋਇਆ, ਅੰਗਰੇਜ਼ਾਂ ਨੇ ਬਿਹਾਰ ਦਾ ਬਕਸਰ ਦਾ ਇਲਾਕਾ ਹੈ 1764 ਈਸਵੀ ਦੇ ਵਿੱਚ ਕੀ ਹੋਇਆ, ਬਕਸਰ ਦੇ ਇਲਾਕੇ 'ਚ ਅੰਗਰੇਜ਼ਾਂ ਨੇ ਫਿਰ ਵੰਗਾਰਿਆ ਇੱਥੋਂ ਦੇ ਬੰਗਾਲ ਦੇ ਗਵਰਨਰ ਨੂੰ ਕਿ ਆ ਜਾ ਲੜੀਏ। ਬੰਗਾਲ ਦੇ ਗਵਰਨਰ ਨੇ ਅਵਧ ਦੇ ਗਵਰਨਰ ਨੂੰ ਕਿਹਾ ਕਿ ਯਾਰ ਭਰਾ ਤੂੰ ਵੀ ਮੇਰੇ ਨਾਲ ਚੱਲ। ਉਹ ਕਹਿੰਦਾ ਦਿੱਲੀ ਦੇ ਰਾਜੇ ਨੂੰ ਵੀ ਨਾਲ ਲੈ ਚੱਲਦੇ। ਕਹਿੰਦਾ ਉਹਦੇ ਨਾਲ ਤੇ ਆਪਣੇ ਬਜ਼ੁਰਗਾਂ ਦੀ ਲੜਾਈ ਹੋਈ ਸੀ, ਆਪਾਂ ਉਹਨਾਂ ਤੋਂ ਤਾਂ ਅੱਡ ਹੋਏ ਸੀ। ਕਹਿੰਦਾ ਅੱਜ ਉਹ ਵੇਲਾ ਨਹੀਂ ਗਾ, ਅੱਜ ਇਕੱਠੇ ਹੋਣ ਦਾ ਵੇਲਾ ਹੈ। ਤੁਸੀਂ ਇਹ ਦੇਖੋ, ਦਿੱਲੀ ਦਾ ਮੁਗਲ ਸ਼ਾਸਕ ਸ਼ਾਹ ਆਲਮ, ਅਵਧ ਦਾ ਗਵਰਨਰ ਸੁਜਾਉਦੌਲਾ ਤੇ ਇੱਥੋਂ ਦਾ ਮੀਰ ਜ਼ਾਫਰ, ਮੀਰ ਕਾਸਮ, ਤਿੰਨੇ ਇਕੱਠੇ ਹੋ ਗਏ ਅੰਗਰੇਜ਼ਾਂ ਦੇ ਖਿਲਾਫ ਬਿਹਾਰ ਦੀ ਬਕਸਰ ਦੀ ਲੜਾਈ 1764 ਈਸਵੀ 'ਚ ਕਰਦੇ ਆ ਤੇ ਤਿੰਨੇ ਮਿਲ ਕੇ ਅੰਗਰੇਜ਼ਾਂ ਤੋਂ ਹਾਰ ਜਾਂਦੇ ਆ। ਬਸ ਬਕਸਰ ਦੀ ਲੜਾਈ ਅੰਗਰੇਜ਼ਾਂ ਦੀ ਭਾਰਤ 'ਚ ਸਥਾਪਤੀ ਕਰ ਦਿੰਦੀ ਆ। ਪੇਪਰ 'ਚ ਆਉਂਦਾ ਹੁੰਦਾ ਸਵਾਲ ਕਿ ਕਿਹੜੀ ਲੜਾਈ, ਮੈਂ ਪੂਰੀ ਡਿਟੇਲ 'ਚ ਤਾਂ ਅੱਗੇ ਪੜ੍ਹਾਉਣੇ ਆ ਪਰ ਮਾੜਾ ਮਾੜਾ ਤੇ ਦੱਸ ਜਾਂ। ਫਿਰ ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਇਲਾਹਾਬਾਦ ਦੀ ਸੰਧੀ ਕੀਤੀ ਤੇ ਤਿੰਨਾਂ ਤੋਂ ਕਾਫੀ ਕੁਝ ਖੋਲਿਆ। ਸੋ ਇਸੇ ਦੇ ਵੇਲੇ ਇਲਾਹਾਬਾਦ ਦੀ ਸੰਧੀ ਹੋਈ। ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਇਲਾਹਾਬਾਦ ਦੀ ਸੰਧੀ ਦਾ ਸੰਬੰਧ ਕੀ ਆ। ਖੈਰ ਇਹਦੇ ਵੇਲੇ 1803 'ਚ ਇਹਦੇ ਜਾਣ ਤੋਂ 2 ਸਾਲ ਪਹਿਲਾਂ ਦਿੱਲੀ ਦੀ ਲੜਾਈ ਹੋਈ ਆ, ਜਿਹਦੇ 'ਚ ਅੰਗਰੇਜ਼ ਲਾਰਡ ਲੇਕ ਨੇ ਮਰਾਠਿਆਂ ਨੂੰ ਹਰਾਤਾ। ਠੀਕ ਆ, ਤੇ ਮਰਾਠੇ ਇਹਦੀ ਮਦਦ 'ਚ ਹੀ ਆਏ ਸੀ ਤੇ ਲਾਰਡ ਲੇਕ ਨੇ ਇਹਨੂੰ ਦਿੱਲੀ 'ਚੋਂ ਕੱਢਤਾ। ਸੋ ਇਹ ਪਹਿਲਾ ਮੁਗਲ ਸ਼ਾਸਕ ਸੀਗਾ ਜਿਹੜਾ ਦਿੱਲੀ 'ਚੋਂ ਅੰਗਰੇਜ਼ਾਂ ਦੁਆਰਾ ਨਿਸ਼ਕਾਸਿਤ ਕਰਕੇ ਪੈਨਸ਼ਨ 'ਤੇ ਕਰ ਦਿੱਤਾ ਗਿਆ। ਸੋ ਇਹ ਗੱਲਾਂ ਬਹੁਤ ਇੰਪੋਰਟੈਂਟ ਆ। ਜਿਹਨੂੰ ਪੈਨਸ਼ਨਰ ਬਣਾਇਆ ਗਿਆ ਇਹ ਪਹਿਲਾ ਮੁਗਲ ਸ਼ਾਸਕ ਸੀ, ਕਿਉਂਕਿ ਇਹਦੀ ਮਦਦ ਲਈ 1803 'ਚ ਦਿੱਲੀ ਦੀ ਲੜਾਈ 'ਚ ਅੰਗਰੇਜ਼ ਆਏ ਤੇ ਲਾਰਡ ਲੇਕ ਨਾਮ ਦੇ ਅੰਗਰੇਜ਼ ਨੇ। ਹੁਣ 19ਵੀਂ ਸਦੀ ਸ਼ੁਰੂ ਹੋ ਗਈ 1800 ਤੋਂ ਬਾਅਦ ਤੇ ਮੁਗਲ ਤਾਕਤਵਰ ਹੋ ਰਹੇ ਆ। ਸੋ ਇਹ ਗੱਲਾਂ ਬੜੀਆਂ ਇੰਟਰਸਟਿੰਗ ਨੇ। ਇਸ ਤੋਂ ਬਾਅਦ ਅਗਲਾ ਸ਼ਾਸਕ ਬਣ ਕੇ ਆਇਆ ਜੀ ਅਕਬਰ ਦੂਜਾ, ਕਿਉਂਕਿ ਅਕਬਰ ਨਾਂ ਦਾ ਪਹਿਲਾ ਰਾਜਾ ਵੀ ਹੋਇਆ। ਇਹਦੇ ਵੇਲੇ ਅੰਗਰੇਜ਼ਾਂ ਨੇ ਪੈਨਸ਼ਨ ਬਹੁਤ ਘਟਾਤੀ। ਇਹ ਅੰਗਰੇਜ਼ਾਂ ਨੂੰ ਕਹਿੰਦਾ ਮੇਰੀ ਪੈਨਸ਼ਨ ਤਾਂ ਵੱਡੀ ਵਧਾ ਦਿਓ। ਉਹ ਕਹਿੰਦੇ ਪੈਨਸ਼ਨ ਨਹੀਂ ਵਧਾਉਣੀ, ਇੰਗਲੈਂਡ 'ਚੋਂ ਵਧੂਗੀ। ਇਹਨੇ ਇੱਕ ਪੜ੍ਹੇ ਲਿਖੇ ਭਾਰਤੀ ਸੀ ਰਾਮ ਮੋਹਨ ਰਾਏ, ਉਹਨੂੰ ਰਾਜੇ ਦਾ ਉਪਾਧੀ ਦਿੱਤੀ। ਤੁਸੀਂ ਪੁੱਛੋਗੇ ਕਿਉਂ ਐਸੀ? ਨਹੀਂ, ਕਹਿੰਦਾ ਮੈਂ ਤੈਨੂੰ ਰਾਜਾ ਕਹਿਤਾ, ਹੁਣ ਤੋਂ ਤੂੰ ਰਾਜਾ ਰਾਮ ਮੋਹਨ ਰਾਏ ਆ। ਮੈਂ ਮਹਾਰਾਜਾ ਮੁਗਲ ਰਾਜਾ, ਤੂੰ ਰਾਜਾ। ਤੂੰ ਇੱਦਾਂ ਕਰ, ਇੰਗਲੈਂਡ ਜਾ ਤੇ ਕਹਿ ਮੈਂ ਰਾਜਾ ਤੇ ਮੈਂ ਮਹਾਰਾਜਾ ਸਾਹਿਬ ਦੀ ਪੈਨਸ਼ਨ ਵਧਾਉਣ ਦੀ ਗੱਲ ਕਰਨ ਆਇਆ। ਇਹਨੇ ਰਾਮ ਮੋਹਨ ਰਾਏ ਨਾਮ ਦੇ ਪੜ੍ਹੇ ਲਿਖੇ ਬੰਦੇ ਨੂੰ ਰਾਜੇ ਦੀ ਉਪਾਧੀ ਦੇ ਕੇ ਇੰਗਲੈਂਡ ਭੇਜਿਆ ਤਾਂ ਕਿ ਮੇਰੀ ਪੈਨਸ਼ਨ ਦੀ ਗੱਲ ਕਰਕੇ ਆਵੇ। ਇਸੇ ਦੇ ਵੇਲੇ ਹਿੰਦੂ ਮੁਸਲਿਮ ਏਕਤਾ ਦਾ ਤਿਉਹਾਰ ਫੂਲ ਵਾਲੋਂ ਕੀ ਸਾਇਰ, ਇਹਦੀ ਸ਼ੁਰੂਆਤ ਹੋਈ। ਬਹੁਤ ਇੰਪੋਰਟੈਂਟ ਆ। ਤੇ ਅੰਗਰੇਜ਼ਾਂ ਨੇ ਇਹਦੇ ਵੇਲੇ ਸਿੱਕਿਆਂ ਤੋਂ ਇਹਦਾ ਨਾਮ ਹਟਾ ਕੇ ਅੰਗਰੇਜ਼ੀ ਲਿਖਤ ਜਿਹੜੀ ਆ, ਠੀਕ ਆ, ਉਹ ਮਤਲਬ ਕਿ ਸ਼ੁਰੂ ਕਰਤੀ ਤੇ ਸਿੱਕੇ 1835 ਦੇ ਵਿੱਚ ਬਦਲ ਦਿੱਤੇ ਗਏ ਤੇ ਈਸਟ ਇੰਡੀਆ ਕੰਪਨੀ ਨੇ ਆਪਣੇ ਸਿੱਕੇ ਲਾਂਚ ਕਰਤੇ, ਇਹਦੀ ਪਾਵਰ ਖਤਮ ਕਰਤੀ। ਤੇ ਸਭ ਤੋਂ ਬਸ ਇਹ ਆ ਕਿ 1835 'ਚ ਦਿੱਲੀ ਦਾ ਬਾਦਸ਼ਾਹ ਨਾ ਮਾਤਰ ਹੀ ਰਹਿ ਗਿਆ, ਸਿੱਕੇ ਵੀ ਕੰਪਨੀ ਦੇ ਨਾਮ ਤੇ ਜਾਰੀ ਹੋ ਗਏ। ਸੋ ਸਭ ਤੋਂ ਵੱਡੀ ਗੱਲ ਇਹ ਆ, ਸਭ ਤੋਂ ਇੰਪੋਰਟੈਂਟ ਚੀਜ਼ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਈ ਕਿ ਦਿੱਲੀ ਬਹੁਤ ਕਮਜ਼ੋਰ ਹੋ ਚੁੱਕੀ ਆ। ਅੰਗਰੇਜ਼ ਜਿਨ੍ਹਾਂ ਬਾਰੇ ਹਜੇ ਮੈਂ ਪੜ੍ਹਾਉਣਾ ਵੀ ਸ਼ੁਰੂ ਨਹੀਂ ਕੀਤਾ ਪਰ ਸਮਝ ਆ ਰਹੀ ਆ ਕਿ ਉਹ ਹੌਲੀ ਹੌਲੀ ਦਿੱਲੀ ਵੱਲ ਕਾਬਜ਼ ਹੋ ਰਹੇ ਆ। ਇਸ ਤੋਂ ਅਗਲਾ ਰਾਜਾ ਆਇਆ ਬਹਾਦਰ ਸ਼ਾਹ, ਤੇ ਬਹਾਦਰ ਸ਼ਾਹ ਨਾਮ ਦਾ ਉਹ ਦੂਸਰਾ ਰਾਜਾ ਸੀਗਾ। ਕਹਿੰਦੇ ਇਹਦੇ ਵੇਲੇ ਵਿਦਰੋਹ ਹੋਇਆ ਦਿੱਲੀ ਦਾ, ਜਿਹਨੂੰ ਕਹਿੰਦੇ ਆਪਾਂ 1857 ਦਾ ਗਦਰ, 1857 ਦਾ ਵਿਦਰੋਹ। ਉਹ ਇਹਦੇ ਵੇਲੇ ਹੋਇਆ। ਲੋਕਾਂ ਨੇ ਇਹਨੂੰ ਕਿਹਾ ਵੀ ਕਿ ਬਈ ਤੂੰ ਚੱਲ ਸਾਡੇ ਨਾਲ, ਸਾਡਾ ਰਾਜਾ ਬਣ, ਪਰ ਇਹ ਅੰਗਰੇਜ਼ਾਂ ਤੋਂ ਡਰਦਾ ਰਿਹਾ। ਅੰਗਰੇਜ਼ਾਂ ਨੇ ਬਗਾਵਤ ਤੋਂ ਬਾਅਦ ਇਹਨੂੰ ਕਲਕੱਤੇ ਤੇ ਕਲਕੱਤੇ ਤੋਂ ਬਰਮਾ, ਰੰਗੂਨ ਭੇਜਤਾ। ਬਰਮਾ ਦਾ ਸ਼ਹਿਰ ਰੰਗੂਨ, ਜਿੱਥੇ ਉਹਨੇ 1862 ਈਸਵੀ ਆਪਣੀ ਜ਼ਿੰਦਗੀ ਦਾ ਅਖੀਰਲਾ ਸਾਹ ਲਿਆ। 1857 ਤੱਕ ਇਹ ਰਾਜਾ ਸੀ ਤੇ 1863 'ਚ ਇਹਦੀ ਮੌਤ ਹੋ ਜਾਂਦੀ ਹੈ। ਜ਼ਾਫਰ ਇਹਦਾ ਨਾਮ ਸੀਗਾ, ਪੈਨ ਨੇਮ, ਕਿਉਂਕਿ ਇਹ ਕਵਿਤਾਵਾਂ ਬਹੁਤ ਲਿਖਦਾ ਸੀ ਤੇ ਕਵਿਤਾਵਾਂ 'ਚ ਆਪਣਾ ਨਾਮ ਜ਼ਾਫਰ ਪਾਉਂਦਾ ਹੁੰਦਾ ਸੀਗਾ। ਸੋ ਇਹ ਚੀਜ਼ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਜ਼ਾਫਰ ਨਾਮ, ਜ਼ਾਫਰ ਨਹੀਂ ਜ਼ਾਫਰ। ਸੋ ਜ਼ਾਫਰ ਨਾਮ ਇਹਦਾ ਹੁੰਦਾ ਸੀਗਾ, ਪੈਨ ਨੇਮ, ਜਿਹਦੇ ਨਾਮ 'ਤੇ ਆਪਣੀਆਂ ਕਵਿਤਾਵਾਂ ਲਿਖਦਾ ਸੀ। 1857 ਦੇ ਰਿਵੋਲਟ ਨੇ, ਬਗਾਵਤ ਨੇ ਭਾਰਤ 'ਚ ਮੁਗਲਾਂ ਦਾ ਸ਼ਾਸਨ ਪੂਰੇ ਸਪਸ਼ਟ ਤੌਰ 'ਤੇ ਖਤਮ ਕਰਤਾ। ਸੋ ਇਸ ਤਰੀਕੇ ਨਾਲ ਇਹ ਕਹਾਣੀ ਵਾਪਰੀ ਆ। ਇਹ ਉਹ ਤਸਵੀਰ ਆ ਜਿਹੜੀ ਕਿ ਸਾਨੂੰ ਦੱਸਦੀ ਹੈ ਕਿ ਕਿਵੇਂ ਇਹ ਬਹਾਦਰ ਸ਼ਾਹ ਦੇ ਮੁੰਡਿਆਂ ਨੂੰ, ਮੈਂ ਦੱਸੂਗਾ, ਕਿ ਕਤਲ ਕਰ ਦਿੱਤਾ ਗਿਆ ਅੰਗਰੇਜ਼ਾਂ ਦੁਆਰਾ ਤੇ ਇਹਨੂੰ ਰੰਗੂਨ ਭੇਜ ਦਿੱਤਾ ਗਿਆ। ਸੋ ਇਹ ਕਹਾਣੀ ਆ ਜਿਹਨੂੰ ਆਪਾਂ ਇਸ ਤੋਂ ਅੱਗੇ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਤੇ ਖੈਰ ਇਸ ਤੋਂ ਬਾਅਦ ਸਾਡਾ ਜਿਹੜਾ ਨੈਕਸਟ ਅਗਲਾ ਲੈਕਚਰ ਹੋਊਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਇਹਦੀ PDF ਮੈਂ ਸ਼ੇਅਰ ਕਰ ਚੁੱਕਿਆ ਇੰਨੇ ਲੈਕਚਰ ਦੀ, ਕਿ ਭਾਰਤ ਵਿੱਚ ਵਿਦੇਸ਼ੀ ਤਾਕਤਾਂ। ਸੋ ਹੁਣ ਆਪਾਂ ਅਗਲੇ ਲੈਕਚਰ ਬਾਰੇ ਅਗਲੇ ਪਾਰਟ 'ਚ ਕੰਟੀਨਿਊ ਕਰਾਂਗੇ।
ਵੱਧ ਤੋਂ ਵੱਧ ਟੀਚਿੰਗ ਕੋਰਸਿਸ ਵਾਲੇ ਪਲੇਟਫਾਰਮ ਨੂੰ ਜਿਹੜੇ ਬੱਚੇ ਤੁਹਾਡੇ ਨਾਲ ਜੁੜੇ ਆ, ਮਾਡਰਨ ਹਿਸਟਰੀ ਦੀਆਂ ਸਾਰੀਆਂ ਵੀਡੀਓਜ਼ ਇਹਦੇ ਤੇ ਆਉਣਗੀਆਂ, ਠੀਕ ਆ, ਤੇ ਬਿਲਕੁਲ ਟੈਟ ਲੈਵਲ ਦੀਆਂ, ਤਾਂ ਕਿ ਮਾਸਟਰ ਕੈਡਰ ਵਾਸਤੇ ਤੁਸੀਂ ਸਾਡੇ ਨਾਲ ਸਾਡੀ ਐਪ ਤੇ ਵੀ ਜੁੜ ਸਕਦੇ ਹੋ। ਪਰ ਪਹਿਲਾਂ ਚੰਗੀ ਤਰ੍ਹਾਂ ਕੁਆਲਿਟੀ ਦੇਖੋ, ਕੰਟੈਂਟ ਦੇਖੋ, ਤੇ ਇਹ ਦੇਖੋ ਕਿ ਵਾਕਈ ਤੁਹਾਡੇ ਪੇਪਰ ਦੇ ਹਿਸਾਬ ਨਾਲ ਹੈ ਆ। 2023 ਦੇ ਪੇਪਰ ਨੂੰ ਸੋਲਵ ਕਰਾ ਕੇ ਉਹਦੀਆਂ ਵੀਡੀਓਜ਼ YouTube ਤੇ ਪਾ ਰਹੇ ਹਾਂ, ਪਲੀਜ਼ ਉਹ ਵੀ ਚੈੱਕ ਕਰੋ। ਇਸ ਤੋਂ ਬਾਅਦ ਪੈਡੇਗੋਜੀ ਦੀਆਂ ਕਲਾਸਾਂ ਵੀ ਹੋਣਗੀਆਂ, ਉਹ ਵੀ ਚੈੱਕ ਕਰਿਓ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਧੰਨਵਾਦ।